ਸਾਲ ਪਹਿਲਾਂ ਇਸ ਧਰਤੀ ਦੇ ਦੂਰ ਦਰਾਜ਼ ਇਲਾਕੇ ਵਿੱਚ ਇੱਕ ਬਹੁਤ ਸੋਹਣੀ ਕੁੜੀ ਰਹਿੰਦੀ ਸੀ, ਸਿੰਡਰੈਲਾ। ਉਹਦੀ ਮਾਂ ਨੂੰ ਗੁਜ਼ਰੇ ਬਹੁਤ ਸਾਲ ਹੋ ਗਏ ਸੀ। ਉਹਦੇ ਪਿਓ ਨੇ ਹੀ ਉਹਨੂੰ ਪਾਲ ਪੋਸ ਕੇ ਵੱਡਾ ਕੀਤਾ ਸੀ। ਜਦ ਸਿੰਡਰੇਲਾ ਦੇ ਪਿਤਾ ਜੀ ਨੇ ਦੂਜਾ ਵਿਆਹ ਕੀਤਾ ਤਾਂ ਉਹਦੇ ਜੀਵਨ ਵਿੱਚ ਬਹੁਤ ਬਦਲਾਅ ਆਇਆ। ਉਸਦੇ ਪਿਓ ਦੀ ਨਵੀਂ ਘਰਵਾਲੀ ਤੇ ਉਹਦੀ 2 ਬੇਟੀਆਂ ਮਤਰੇਈ ਪਿਓ ਦੇ ਘਰ ਰਹਿਣ ਵਾਸਤੇ ਆ ਗਏ। ਪਹਿਲੀ ਵਾਰ ਜਦੋਂ ਉਹ ਮਿਲੇ ਉਦੋਂ ਤੋਂ ਹੀ ਮਤਰੇਈ ਮਾਂ ਨੂੰ ਸਿੰਡਰੇਲਾ ਇੱਕ ਅੱਖ ਨਹੀਂ ਪਾਉਂਦੀ ਸੀ। ਉਹ ਤੇ ਉਹਦੀਆਂ ਬੇਟੀਆਂ ਸਿੰਡਰੇਲਾ ਦੀ ਖੂਬਸੂਰਤੀ ਨੂੰ ਵੇਖ ਕੇ ਅਤੇ ਦਇਆਲੂ ਦਿਲ ਤੋਂ ਬਹੁਤ ਜਲਨ ਕਰਦੇ ਸੀ। ਸਿੰਡਰੇਲਾ ਦੀਆਂ ਭੈਣਾਂ ਸਿੰਡਰੇਲਾ ਜਿੰਨੀਆਂ ਸੋਹਣੀਆਂ ਨਹੀਂ ਸਨ। ਐਨਾ ਹੀ ਨਹੀਂ, ਉਹ ਦੋਵੇਂ ਬਹੁਤ ਹੀ ਗੁੱਸੇ ਵਾਲੀਆਂ ਤੇ ਵਿਗੜੀਆਂ ਹੋਈਆਂ ਵੀ ਸੀ। ਇੱਕ ਦਿਨ ਕਿਸੇ ਕੰਮ ਕਰਕੇ ਸਿੰਡਰੇਲਾ ਦੇ ਪਿਓ ਨੂੰ ਲੰਮੀ ਯਾਤਰਾ ਤੇ ਜਾਣਾ ਪਿਆ ਅਤੇ ਇਹੀ ਉਹ ਸਮਾਂ ਸੀ ਜਦ ਸਿੰਡਰੇਲਾ ਦੀ ਮਤਰੇਈ ਮਾਂ ਤੇ ਉਹਦੀਆਂ ਭੈਣਾਂ ਨੇ ਉਹਦੇ ਜੀਵਨ ਨੂੰ ਨਰਕ ਬਣਾ ਦਿੱਤਾ। ਜਦ ਸਿੰਡਰੇਲਾ ਬਗੀਚੇ ਵਿੱਚ ਆਪਣੇ ਪਿਆਰੇ ਪੰਛੀਆਂ ਨਾਲ ਗੱਲਾਂ ਕਰ ਰਹੀ ਸੀ ਤਾਂ ਉਹਦੀ ਮਤਰੇਈ ਮਾਂ ਉਹਦੇ ਕੋਲ ਆਈ। ਅੱਜ ਤੋਂ ਬਾਅਦ ਤੂੰ ਇਸ ਬਾਲਕਨੀ ਵਿੱਚ ਰਹੇਂਗੀ, ਘਰ ਦੇ ਸਾਰੇ ਕੰਮ ਕਰੇਂਗੀ ਤੇ ਮੈਨੂੰ ਤੇਰਾ ਇਹਨਾਂ ਕੱਪੜਿਆਂ ਵਿੱਚ ਘੁੰਮਣਾ ਫਿਰਨਾ ਬਿਲਕੁਲ ਵੀ ਪਸੰਦ ਨਹੀਂ। ਸਿੰਡਰੇਲਾ ਨੂੰ ਪਤਾ ਨਹੀਂ ਸੀ ਇਸ ਤੇ ਕੀ ਜਵਾਬ ਦੇਵੇ। ਬੇਬਸ ਰੂਪ ਵਿੱਚ ਜਿਵੇਂ ਉਹਨੂੰ ਕਿਹਾ ਗਿਆ ਉਹਨੇ ਕੀਤਾ। ਉਸਨੇ ਆਪਣੀਆਂ ਚੀਜ਼ਾਂ ਚੱਕੀਆਂ ਤੇ ਬਾਲਕਨੀ ਵਿੱਚ ਚਲੀ ਗਈ। ਉਸ ਦਿਨ ਤੋਂ ਬਾਅਦ ਤੋਂ ਸਿੰਡਰੇਲਾ ਘਰ ਦੇ ਸਾਰੇ ਕੰਮ ਆਪ ਹੀ ਕਰ ਲਿਆ ਕਰਦੀ ਸੀ। ਉਹ ਬਹੁਤ ਥੱਕ ਜਾਂਦੀ, ਪਰ ਨਾ ਹੀ ਉਹਦੀ ਮਤਰੇਈ ਮਾਂ ਤੇ ਨਾ ਹੀ ਮਤਰੇਈ ਭੈਣਾਂ ਨੂੰ ਉਹਦੇ ਤੇ ਕੋਈ ਦਇਆ ਆਂਦੀ। ਫਰਸ਼ ਨੂੰ ਦੁਬਾਰਾ ਚੰਗੀ ਤਰ੍ਹਾਂ ਸਾਫ਼ ਕਰ। ਕੀ ਤੈਨੂੰ ਕੋਈ ਮਿੱਟੀ ਨਜ਼ਰ ਨਹੀਂ ਆਂਦੀ? ਕੀ ਤੂੰ ਹਾਲੇ ਤੱਕ ਕੱਪੜੇ ਵੀ ਨਹੀਂ ਧੋਤੇ? ਮੇਰੇ ਕੋਲ ਪਾਉਣ ਦੇ ਲਈ ਕੋਈ ਚੰਗੀ ਡਰੈਸ ਨਹੀਂ ਹੈਗੀ। ਸਿੰਡਰੇਲਾ ਦੇ ਕੋਲ ਚੂਹਿਆਂ ਅਤੇ ਖਿੜਕੀ ਤੇ ਆ ਕੇ ਬਹਿਣ ਵਾਲੇ ਪੰਛੀਆਂ ਤੋਂ ਇਲਾਵਾ ਕੋਈ ਦੋਸਤ ਨਹੀਂ ਸੀ। ਸਰਦੀ ਤੋਂ ਬਚਣ ਦੇ ਲਈ ਰਾਤ ਦੇ ਵੇਲੇ ਸਿੰਡਰੇਲਾ ਥੱਲੇ ਚਿਮਨੀ ਦੇ ਕੋਲ ਜਾ ਕੇ ਸੇਕ ਲੈਂਦੀ ਤੇ ਉੱਥੇ ਹੀ ਸੋ ਜਾਂਦੀ। ਇੰਝ ਹੀ ਦਿਨ ਗੁਜ਼ਰਦੇ ਗਏ। ਇੱਕ ਦਿਨ ਸ਼ਹਿਰ ਵਿੱਚ ਰਾਜ ਵੱਲੋਂ ਇੱਕ ਮੁਨਾਦੀ ਕੀਤੀ ਗਈ। ਸਾਡੇ ਰਾਜਕੁਮਾਰ ਵੱਲੋਂ ਮਹਿਲ ਵਿੱਚ ਇੱਕ ਦਾਵਤ ਦਾ ਇੰਤਜ਼ਾਮ ਕੀਤਾ ਗਿਆ ਹੈ। ਵਿਆਹ ਦੇ ਲਈ ਲਾਇਕ ਸਾਰੀ ਕੁੜੀਆਂ ਨੂੰ ਇਸ ਦਾਵਤ ਵਿੱਚ ਆਉਣ ਦਾ ਨਿਯੋਤਾ ਦਿੱਤਾ ਜਾਂਦਾ ਹੈ। ਜਿਵੇਂ ਹੀ ਮਤਰੇਈ ਭੈਣਾਂ ਨੇ ਇਹ ਗੱਲ ਸੁਣੀ, ਉਹ ਭੱਜਦੇ ਹੋਏ ਘਰ ਗਈਆਂ ਅਤੇ ਆਪਣੀ ਮਾਂ ਨੂੰ ਇਸ ਬਾਰੇ ਦੱਸਿਆ। ਪਾਰਟੀ ਵਿੱਚ ਤੁਸੀਂ ਦੋਵੇਂ ਹੀ ਸਭ ਤੋਂ ਸੋਹਣੀਆਂ ਹੋਵਗੀਆਂ। ਰਾਜਕੁਮਾਰ ਨੂੰ ਤੁਹਾਡੇ ਦੋਵਾਂ ਵਿੱਚੋਂ ਹੀ ਇੱਕ ਨੂੰ ਚੁਣਨਾ ਚਾਹੀਦਾ ਹੈ। ਹਾਂ, ਇਸ ਤਰ੍ਹਾਂ ਅਸੀਂ ਸਾਰੇ ਮਹਿਲ ਵਿੱਚ ਰਹਿ ਸਕਾਂਗੇ, ਹੈ ਨਾ ਮਾਂ? ਮੈਨੂੰ ਤੁਹਾਡੇ ਦੋਵਾਂ ਦੇ ਲਈ ਗਾਊਨ ਤੇ ਜੁੱਤੇ ਖਰੀਦਣੇ ਹੋਣਗੇ। ਚਲੋ ਅਸੀਂ ਖਰੀਦਾਰੀ ਕਰਕੇ ਆਈਏ। ਮਤਰੇਈ ਮਾਂ ਤੇ ਭੈਣਾਂ ਬਾਹਰ ਚਲੀਆਂ ਗਈਆਂ। ਉੱਥੇ ਖੜੇ ਹੋ ਕੇ ਸਾਰੀਆਂ ਗੱਲਾਂ ਸੁਣਨ ਵਾਲੀ ਸਿੰਡਰੇਲਾ ਉਦਾਸ ਹੋ ਗਈ। ਕਈ ਦਿਨਾਂ ਤੋਂ ਤਿਆਰੀਆਂ ਚੱਲ ਰਹੀਆਂ ਸੀ। ਮਤਰੇਈ ਭੈਣਾਂ ਦੇ ਗਾਊਨ ਤਿਆਰ ਹੋ ਕੇ ਆ ਗਏ ਸੀ। ਹਰ ਰੋਜ਼ ਉਹ ਦੋਵੇਂ ਸ਼ੀਸ਼ੇ ਦੇ ਸਾਹਮਣੇ ਖੜੀਆਂ ਰਹਿੰਦੀਆਂ ਤੇ ਖੁਦ ਨੂੰ ਦੱਸਦੀਆਂ, ਅਸੀਂ ਪਾਰਟੀ ਵਿੱਚ ਸਭ ਤੋਂ ਸੋਹਣੀਆਂ ਕੁੜੀਆਂ ਹੋਵਾਂਗੀਆਂ। ਆਖਰ ਉਹ ਦਿਨ ਆ ਹੀ ਗਿਆ। ਮਤਰੇਈ ਭੈਣਾਂ ਅੱਜ ਛੇਤੀ ਉੱਠ ਗਈਆਂ ਸੀ। ਉਹਨਾਂ ਨੇ ਸਿੰਡਰੇਲਾ ਨੂੰ ਸੱਦਿਆ। ਸਿੰਡਰੇਲਾ ਛੇਤੀ ਇੱਥੇ ਆ। ਕਿੱਥੇ ਹੈ ਤੂੰ? ਛੇਤੀ ਸਾਡੇ ਨਹਾਉਣ ਦੀ ਤਿਆਰੀ ਕਰ। ਪੂਰਾ ਦਿਨ ਸਿੰਡਰੇਲਾ ਨੇ ਭੈਣਾਂ ਦੀ ਤਿਆਰ ਹੋਣ ਵਿੱਚ ਮਦਦ ਕੀਤੀ। ਜ਼ਰਾ ਹੌਲੀ ਹੌਲੀ ਬ੍ਰਸ਼ ਕਰ, ਮੇਰੇ ਸਾਰੇ ਵਾਲ ਤੋੜਨੇ ਨੇ ਕੀ? ਸ਼ਾਮ ਤੱਕ ਦੋਵੇਂ ਪਾਰਟੀ ਦੇ ਲਈ ਤਿਆਰ ਹੋ ਗਈਆਂ ਸੀ। ਤੁਸੀਂ ਦੋਵੇਂ ਬਹੁਤ ਸੋਹਣੀਆਂ ਲੱਗ ਰਹੀਆਂ ਹੋ। ਸਿੰਡਰੇਲਾ ਨੇ ਆਪਣੀ ਪੂਰੀ ਹਿੰਮਤ ਜੁਟਾ ਕੇ ਮਤਰੇਈ ਮਾਂ ਨੂੰ ਪੁੱਛਿਆ, ਕੀ ਮੈਂ ਵੀ ਪਾਰਟੀ ਵਿੱਚ ਆ ਸਕਦੀ ਹਾਂ? ਕੌਣ? ਤੂੰ? ਹਾਂ, ਉਹਨਾਂ ਨੇ ਸਾਰੀਆਂ ਜਵਾਨ ਕੁੜੀਆਂ ਨੂੰ ਬੁਲਾਇਆ ਹੈ। ਕੀ ਪਾਰਟੀ ਦੇ ਲਈ ਤੇਰੇ ਕੋਲ ਕੋਈ ਕੱਪੜੇ ਵੀ ਨੇ? ਰਾਜਕੁਮਾਰ ਨੂੰ ਆਪਣੇ ਲਈ ਰਾਣੀ ਚਾਹੀਦੀ ਹੈ, ਨੌਕਰਾਣੀ ਨਹੀਂ। ਚਲੋ ਕੁੜੀਓ, ਪਾਰਟੀ ਦੇ ਲਈ ਦੇਰ ਹੋ ਰਹੀ ਹੈ ਤੇ ਤੁਸੀਂ ਯਾਦ ਰੱਖਣਾ, ਸੌਣ ਤੋਂ ਪਹਿਲਾਂ ਸਾਰੇ ਕੰਮ ਹੋ ਜਾਣੇ ਚਾਹੀਦੇ ਨੇ। ਮਤਰੇਈ ਮਾਂ ਤੇ ਭੈਣਾਂ ਪਾਰਟੀ ਦੇ ਲਈ ਨਿਕਲ ਗਈਆਂ ਅਤੇ ਘਰ ਵਿੱਚ ਕੱਲੀ ਸਿੰਡਰੇਲਾ ਰੋਣ ਲੱਗੀ।
ਪਾਰਟੀ ਵਿੱਚ ਕਿਉਂ ਨਹੀਂ ਜਾ ਸਕਦੀ? ਜੇ ਅੱਜ ਮੇਰੇ ਮਾਪਿਓ ਹੁੰਦੇ ਤਾਂ ਇਹ ਸਭ ਨਾ ਹੁੰਦਾ। ਉਸੇ ਵੇਲੇ ਇੱਕ ਚਮਕਦਾਰ ਰੌਸ਼ਨੀ ਨਜ਼ਰ ਆਈ। ਪਹਿਲਾਂ ਸਿੰਡਰੇਲਾ ਸਮਝ ਨਹੀਂ ਸਕੀ ਕਿ ਉਹ ਕੀ ਸੀ। ਉਹ ਰੌਸ਼ਨੀ ਨੂੰ ਇੱਕ ਟਕ ਵੇਖੀ ਜਾ ਰਹੀ ਸੀ ਤੇ ਅਚਾਨਕ ਉਸ ਰੌਸ਼ਨੀ ਦੇ ਵਿੱਚੋਂ ਇੱਕ ਖੂਬਸੂਰਤ ਪਰੀ ਨਜ਼ਰ ਆਈ। ਮੇਰੀ ਪਿਆਰੀ ਸਿੰਡਰੇਲਾ, ਰੋ ਨਾ, ਤੂੰ ਵੀ ਮਹਿਲ ਦੀ ਪਾਰਟੀ ਵਿੱਚ ਜਾਵੇਂਗੀ। ਸਿੰਡਰੇਲਾ ਨੂੰ ਆਪਣੀ ਅੱਖਾਂ ਤੇ ਯਕੀਨ ਨਹੀਂ ਹੋਇਆ। ਉਸਨੇ ਹੜਬੜਾ ਕੇ ਪੁੱਛਿਆ, ਕੀ ਮੈਂ ਜਾ ਸਕਦੀ ਹਾਂ? ਮੇਰੀ ਹਾਲਤ ਤਾਂ ਵੇਖੋ। ਚਿੰਤਾ ਨਾ ਕਰ, ਮੈਂ ਹਾਂ ਨਾ ਤੇਰੀ ਮਦਦ ਦੇ ਲਈ। ਮੈਨੂੰ ਇੱਕ ਕੱਦੂ ਤੇ 7 ਚੂਹੇ ਲਿਆ ਕੇ ਦੇ। ਸਿੰਡਰੇਲਾ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹਨੂੰ ਇਹ ਚੀਜ਼ਾਂ ਕਿਉਂ ਚਾਹੀਦੀਆਂ ਨੇ, ਪਰ ਉਸਨੇ ਉਹੀ ਕੀਤਾ ਜੋ ਉਹਨੂੰ ਕਿਹਾ ਗਿਆ। ਪਹਿਲਾਂ ਉਹ ਰਸੋਈ 'ਚ ਗਈ ਤੇ ਵੱਡਾ ਜਿਹਾ ਕੱਦੂ ਲੈ ਆਈ। ਫਿਰ ਉਹ ਬਾਲਕਨੀ ਵਿੱਚ ਗਈ ਤੇ ਆਪਣੇ ਚੂਹੇ ਦੋਸਤਾਂ ਨੂੰ ਲੈ ਕੇ ਫਿਰ ਤੋਂ ਥੱਲੇ ਆਈ। ਪਰੀ ਨੇ ਆਪਣੀ ਜਾਦੂਈ ਛੜੀ ਨਾਲ ਕੱਦੂ ਨੂੰ ਇੱਕ ਸੋਹਣੀ ਬੱਗੀ ਵਿੱਚ ਬਦਲ ਦਿੱਤਾ। ਫਿਰ ਉਹ ਚੂਹਿਆਂ ਵੱਲ ਮੁੜੀ। ਉਹਨਾਂ ਵਿੱਚੋਂ ਇੱਕ ਡਰਾਈਵਰ ਬਣ ਗਿਆ ਤੇ ਬਾਕੀ 6 ਸੋਹਣੇ ਚਿੱਟੇ ਘੋੜਿਆਂ ਵਿੱਚ ਬਦਲ ਗਏ। ਹੈਰਾਨ ਹੋਈ ਸਿੰਡਰੇਲਾ ਬੱਗੀ ਤੇ ਘੋੜਿਆਂ ਨੂੰ ਵੇਖ ਰਹੀ ਸੀ। ਉਸੇ ਵੇਲੇ ਪਰੀ ਉਹਦੇ ਵੱਲ ਮੁੜੀ। ਜਦ ਉਹਨੇ ਆਪਣੀ ਜਾਦੂਈ ਛੜੀ ਨਾਲ ਸਿੰਡਰੇਲਾ ਨੂੰ ਛੂਹਿਆ ਤਾਂ ਉਹਦੀ ਪੁਰਾਣੀ ਡਰੈਸ ਇੱਕ ਖੂਬਸੂਰਤ ਪਾਰਟੀ ਗਾਊਨ ਵਿੱਚ ਬਦਲ ਗਈ ਅਤੇ ਉਸ ਦੇ ਪੈਰਾਂ ਦੀਆਂ ਚੱਪਲਾਂ ਸੋਹਣੀਆਂ ਕੱਚ ਦੇ ਜੁੱਤੇ ਵਿੱਚ ਬਦਲ ਗਈਆਂ। ਮੈਂ ਰਾਜਕੁਮਾਰੀ ਦੀ ਤਰ੍ਹਾਂ ਨਜ਼ਰ ਆ ਰਹੀ ਹਾਂ। ਹੁਣ ਪਾਰਟੀ ਵਿੱਚ ਜਾਣ ਦਾ ਸਮਾਂ ਹੋ ਗਿਆ, ਪਰ ਭੁੱਲੀ ਨਾ, ਜਿਵੇਂ ਹੀ ਘੜੀ ਵਿੱਚ 12 ਵਜਣ ਤੂੰ ਘਰ ਚਲੀ ਆਈ, ਕਿਉਂਕਿ ਉਹਦੇ ਬਾਅਦ ਤੂੰ ਪਹਿਲਾਂ ਵਰਗੀ ਹੀ ਹੋ ਜਾਵੇਂਗੀ। ਸਿੰਡਰੇਲਾ ਨੇ ਪਰੀ ਦੀ ਗੱਲਾਂ ਨੂੰ ਧਿਆਨ ਨਾਲ ਸੁਣਿਆ। ਫਿਰ ਉਹ ਬੱਗੀ ਵਿੱਚ ਬੈਠੀ ਅਤੇ ਮਹਿਲ ਵੱਲ ਚੱਲ ਪਈ। ਉਸ ਦੀ ਸੋਹਣੀ ਬੱਗੀ ਮਹਿਲ ਦੇ ਸਾਹਮਣੇ ਜਾ ਕੇ ਰੁਕ ਗਈ। ਜਦ ਸਿੰਡਰੇਲਾ ਖੂਬਸੂਰਤ ਦਰਵਾਜ਼ਿਆਂ ਵਿੱਚੋਂ ਹੁੰਦੀ ਹੋਈ ਮਹਿਲ ਵਿੱਚ ਦਾਖਲ ਹੋਈ ਤਾਂ ਸਭ ਦੀਆਂ ਅੱਖਾਂ ਉਹਨੂੰ ਹੀ ਤੱਕ ਰਹੀਆਂ ਸਨ। ਉਹ ਬਹੁਤ ਸੋਹਣੀ ਤੇ ਖਾਨਦਾਨੀ ਨਜ਼ਰ ਆ ਰਹੀ ਸੀ। ਉਹਦੀ ਮਤਰੇਈ ਮਾਂ ਤੇ ਮਤਰੇਈ ਭੈਣਾਂ ਵੀ ਐਨੀ ਸੋਹਣੀ ਕੁੜੀ ਨੂੰ ਵੇਖਦੀਆਂ ਹੀ ਰਹਿ ਗਈਆਂ। ਉਹ ਉਹਨੂੰ ਪਛਾਣ ਵੀ ਨਹੀਂ ਸਕੀਆਂ। ਅਚਾਨਕ ਪੌੜੀਆਂ ਤੇ ਰਾਜਕੁਮਾਰ ਨਜ਼ਰ ਆਇਆ। ਸਿੰਡਰੇਲਾ ਸੱਚਮੁੱਚ ਪਾਰਟੀ ਵਿੱਚ ਮੌਜੂਦ ਸਾਰੀ ਕੁੜੀਆਂ ਵਿੱਚੋਂ ਸਭ ਤੋਂ ਸੋਹਣੀ ਲੱਗ ਰਹੀ ਸੀ। ਰਾਜਕੁਮਾਰ ਨੂੰ ਪਹਿਲੀ ਨਜ਼ਰ ਵਿੱਚ ਇਸ ਐਨੀ ਸੋਹਣੀ ਕੁੜੀ ਨਾਲ ਪਿਆਰ ਹੋ ਗਿਆ। ਸਾਰੇ ਉਹਨੂੰ ਬੜੀ ਉਤਸੁਕਤਾ ਨਾਲ ਵੇਖ ਰਹੇ ਸੀ। ਰਾਜਕੁਮਾਰ ਹੌਲੀ-ਹੌਲੀ ਅੱਗੇ ਵਧਿਆ। ਮਤਰੇਈ ਭੈਣਾਂ ਬਹੁਤ ਖੁਸ਼ ਹੋਈਆਂ ਇਹ ਸੋਚ ਕੇ ਕਿ ਰਾਜਕੁਮਾਰ ਉਹਨਾਂ ਵੱਲ ਵੱਧ ਰਿਹਾ ਹੈ। ਉਹ ਮੇਰੇ ਵੱਲ ਆ ਰਿਹਾ ਹੈ। ਨਹੀਂ, ਉਹ ਮੇਰੇ ਕੋਲ ਆ ਰਿਹਾ ਹੈ। ਪਰ ਰਾਜਕੁਮਾਰ ਅੱਗੇ ਵਧਿਆ ਤੇ ਸਿੱਧਾ ਸਿੰਡਰੇਲਾ ਦੇ ਸਾਹਮਣੇ ਰੁਕ ਗਿਆ। हे सुंदरिये, ਕੀ ਤੂੰ ਮੇਰੇ ਨਾਲ ਨੱਚਣਾ ਪਸੰਦ ਕਰੇਂਗੀ? ਸਿੰਡਰੇਲਾ ਨੇ ਬੜੇ ਅਦਬ ਨਾਲ ਹਾਂ ਕਿਹਾ। ਰਾਜਕੁਮਾਰ ਤੇ ਸਿੰਡਰੇਲਾ ਨੇ ਉਤਸੁਕਤਾ ਨਾਲ ਵੇਖ ਰਹੇ ਸਾਰੇ ਮਹਿਮਾਨਾਂ ਦੇ ਵਿੱਚ ਨੱਚਣਾ ਸ਼ੁਰੂ ਕੀਤਾ। ਸਿੰਡਰੇਲਾ ਸੰਗੀਤ ਤੇ ਨ੍ਰਿਤਯ ਤੋਂ ਇੰਨੀ ਪ੍ਰਭਾਵਿਤ ਹੋ ਗਈ ਕਿ ਉਹਨੂੰ ਲੱਗਿਆ ਜਿਵੇਂ ਮਹਿਲ ਵਿੱਚ ਰਾਜਕੁਮਾਰ ਤੇ ਉਹ ਬਸ ਦੋਵੇਂ ਹੀ ਨੇ। ਉਹ ਦੋਵੇਂ ਦੇਰ ਰਾਤ ਤੱਕ ਨੱਚਦੇ ਰਹੇ। ਸਿੰਡਰੇਲਾ ਨੂੰ ਪਤਾ ਹੀ ਨਹੀਂ ਚੱਲਿਆ ਕਿ ਕਿੰਨਾ ਵਕਤ ਗੁਜ਼ਰ ਗਿਆ ਹੈ। ਅਚਾਨਕ ਉਸ ਦੀ ਨਜ਼ਰ ਘੜੀ ਤੇ ਪਈ। ਅੱਧੀ ਰਾਤ ਹੋ ਚੁੱਕੀ ਸੀ। ਉਸੇ ਵੇਲੇ ਸਿੰਡਰੇਲਾ ਨੂੰ ਪਰੀ ਦੀ ਚੇਤਾਵਨੀ ਯਾਦ ਆਈ, ਜਿਵੇਂ ਹੀ ਘੜੀ ਵਿੱਚ 12 ਵਜਣ ਤੂੰ ਘਰ ਆ ਜਾਵੀਂ, ਕਿਉਂਕਿ ਉਸ ਦੇ ਬਾਅਦ ਤੂੰ ਪਹਿਲਾਂ ਵਰਗੀ ਹੋ ਜਾਵੇਂਗੀ। ਹੜਬੜੀ ਵਿੱਚ ਉਸਨੇ ਰਾਜਕੁਮਾਰ ਨੂੰ ਉੱਥੇ ਹੀ ਛੱਡਿਆ ਤੇ ਭੱਜਣ ਲੱਗੀ। ਜਦੋਂ ਮਹਿਲ ਦੀਆਂ ਪੌੜੀਆਂ ਉਤਰ ਰਹੀ ਸੀ, ਉਸਦੀ ਇੱਕ ਜੁੱਤੀ ਉੱਥੇ ਹੀ ਰਹਿ ਗਈ ਤੇ ਉਹਦੇ ਕੋਲ ਉਸਨੂੰ ਵਾਪਸ ਲੈਣ ਜਾਣ ਦਾ ਵੀ ਸਮਾਂ ਨਹੀਂ ਸੀ। ਜਿਵੇਂ ਹੀ ਉਹ ਬਾਹਰ ਪਹੁੰਚੀ, ਘੜੀ ਵਿੱਚ 12 ਵੱਜ ਗਏ। ਉਹ ਉਸਨੂੰ ਛੱਡ ਕੇ ਭੱਜਣ ਲੱਗੀ। ਜਦੋਂ ਮਹਿਲ ਦੀਆਂ ਪੌੜੀਆਂ ਉਤਰ ਰਹੀ ਸੀ, ਉਸਦੀ ਇੱਕ ਜੁੱਤੀ ਉੱਥੇ ਹੀ ਰਹਿ ਗਈ ਤੇ ਉਹਦੇ ਕੋਲ ਉਸਨੂੰ ਵਾਪਸ ਲੈਣ ਜਾਣ ਦਾ ਵੀ ਸਮਾਂ ਨਹੀਂ ਸੀ। ਜਿਵੇਂ ਹੀ ਉਹ ਬਾਹਰ ਪਹੁੰਚੀ, ਘੜੀ ਵਿੱਚ 12 ਵੱਜ ਗਏ।
ਅਤੇ ਫਿਰ ਤੋਂ ਸਭ ਕੁਝ ਉਵੇਂ ਹੀ ਹੋ ਗਿਆ ਜਿਵੇਂ ਪਹਿਲਾਂ ਸੀ। ਜਦ ਰਾਜਕੁਮਾਰ ਉਹਦੇ ਪਿੱਛੇ ਭੱਜਿਆ ਤਾਂ ਉਸ ਨੂੰ ਉਹ ਜੁੱਤੀ ਪੌੜੀਆਂ ਤੇ ਮਿਲੀ। ਲੱਭੋ ਕਿ ਇਸ ਜੁੱਤੀ ਦੀ ਮਾਲਕਣ ਕੌਣ ਹੈ, ਫਿਰ ਭਾਵੇਂ ਰਾਜ ਦੀ ਹਰੇਕ ਕੁੜੀ ਨੂੰ ਮਿਲਣਾ ਪਵੇ, ਉਸ ਨੂੰ ਲੱਭ ਕੇ ਲਿਆਓ। ਸਿੰਡਰੇਲਾ ਸਾਹ ਚੜੇ ਹੋਏ ਘਰ ਪਹੁੰਚੀ ਤੇ ਸਿੱਧੀ ਬਾਲਕਨੀ ਵਿੱਚ ਗਈ। ਉਹ ਰਾਜਕੁਮਾਰ ਦੇ ਨਾਲ ਗੁਜ਼ਾਰੇ ਗਏ ਸਮੇਂ ਬਾਰੇ ਸੋਚਣ ਲੱਗੀ। ਉਸ ਨੂੰ ਪਤਾ ਸੀ ਕਿ ਉਹਦੇ ਕੋਲ ਕੋਈ ਮੌਕਾ ਨਹੀਂ ਹੈ, ਪਰ ਫਿਰ ਵੀ ਉਸ ਨੂੰ ਰਾਜਕੁਮਾਰ ਨਾਲ ਪਿਆਰ ਹੋ ਗਿਆ ਸੀ। ਰਾਜਕੁਮਾਰ ਦੇ ਲਈ ਉਸ ਕੁੜੀ ਨੂੰ ਲੱਭਣਾ ਨਾਮੁਮਕਿਨ ਸੀ, ਤੇ ਜੇ ਉਹ ਲੱਭ ਵੀ ਲੈਂਦਾ ਤਾਂ ਵੀ ਪਛਾਣ ਨਹੀਂ ਸਕਣਾ ਸੀ। ਰਾਜਕੁਮਾਰ ਦੇ ਆਦਮੀ ਰਾਜ ਦੇ ਘਰ ਘਰ ਜਾ ਕੇ ਉਸ ਜੁੱਤੀ ਦੀ ਮਾਲਕਣ ਨੂੰ ਲੱਭਣ ਲੱਗੇ, ਪਰ ਉਹ ਜੁੱਤੀ ਕਿਸੇ ਵੀ ਕੁੜੀ ਦੇ ਪੈਰ ਵਿੱਚ ਫਿੱਟ ਨਹੀਂ ਆ ਰਹੀ ਸੀ। ਆਖਰ ਵਿੱਚ ਰਾਜਕੁਮਾਰ ਦੇ ਆਦਮੀ ਸਿੰਡਰੇਲਾ ਦੇ ਘਰ ਪਹੁੰਚੇ। ਸਿੰਡਰੇਲਾ ਰਾਜਕੁਮਾਰ ਦੀ ਗੱਡੀ ਨੂੰ ਘਰ ਦੇ ਸਾਹਮਣੇ ਵੇਖ ਕੇ ਬਹੁਤ ਖੁਸ਼ ਹੋਈ। ਜਿਵੇਂ ਹੀ ਸਿੰਡਰੇਲਾ ਕਮਰੇ ਤੋਂ ਬਾਹਰ ਜਾਣ ਲੱਗੀ, ਉਸ ਦੀ ਮਤਰੇਈ ਮਾਂ ਉਹਨੂੰ ਦਰਵਾਜ਼ੇ ਤੇ ਖੜੀ ਨਜ਼ਰ ਆਈ। ਤੂੰ ਕਿੱਥੇ ਚੱਲ ਪਈ? ਤੂੰ ਵੀ ਜੁੱਤਾ ਪਾ ਕੇ ਵੇਖੇਂਗੀ ਕੀ? ਤਾਨਾ ਮਾਰਦੇ ਹੋਏ ਹੱਸਦੇ ਹੋਏ ਮਤਰੇਈ ਮਾਂ ਨੇ ਬਾਲਕਨੀ ਦਾ ਦਰਵਾਜ਼ਾ ਬੰਦ ਕਰ ਦਿੱਤਾ। ਨਹੀਂ, ਕਿਰਪਾ ਕਰਕੇ ਦਰਵਾਜ਼ਾ ਖੋਲੋ, ਕਿਰਪਾ ਕਰਕੇ। ਮੈਨੂੰ ਤਾਂ ਤੇਰੇ ਤੇ ਹਾਸਾ ਆ ਰਿਹਾ ਹੈ। ਰਾਜਕੁਮਾਰ ਤੇ ਤੇਰੇ ਵਿੱਚ ਕੀ ਮੁਕਾਬਲਾ? ਆਦਮੀ ਨੇ ਪਹਿਲਾਂ ਪਤਲੀ ਭੈਣ ਨੂੰ ਜੁੱਤੀ ਪਵਾਈ, ਪਰ ਉਹ ਉਹਦੇ ਪੈਰਾਂ ਦੇ ਲਈ ਬਹੁਤ ਛੋਟੀ ਸੀ। ਵੇਖੋ, ਇਹ ਮੇਰੇ ਪੈਰ ਵਿੱਚ ਕਿੰਨੀ ਚੰਗੀ ਤਰ੍ਹਾਂ ਨਾਲ ਆ ਗਈ ਹੈ। ਫਿਰ ਮੋਟੀ ਭੈਣ ਨੇ ਕੋਸ਼ਿਸ਼ ਕੀਤੀ, ਪਰ ਜੁੱਤੀ ਉਹਦੇ ਪੈਰਾਂ ਵਿੱਚ ਵੀ ਪੂਰੀ ਨਹੀਂ ਆ ਰਹੀ ਸੀ। ਸ਼ਾਇਦ ਸਾਨੂੰ ਦੂਜੇ ਪੈਰ ਵਿੱਚ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਨਾਕਾਮ ਰਹੀਆਂ। ਸਿੰਡਰੇਲਾ ਨੇ ਖਿੜਕੀ ਵੱਲ ਦੌੜਨ ਦੀ ਆਖਰੀ ਕੋਸ਼ਿਸ਼ ਕੀਤੀ, ਪਰ ਖਿੜਕੀ ਬਹੁਤ ਉੱਪਰ ਸੀ। ਉਹ ਰੋਣ ਲੱਗੀ। ਉਹਨੂੰ ਰੋਂਦਾ ਵੇਖ ਕੇ ਉਹਦੇ ਚੂਹੇ ਦੋਸਤ ਉਹਦੇ ਕੋਲ ਆਏ। ਮੇਰੀ ਮਤਰੇਈ ਮਾਂ ਨੇ ਮੈਨੂੰ ਬੰਦ ਕਰ ਰੱਖਿਆ, ਚਾਬੀ ਉਸੇ ਦੇ ਕੋਲ ਹੋਵੇਗੀ। ਚੂਹਾ ਦਰਵਾਜ਼ੇ ਦੇ ਥੱਲਿਓਂ ਫਿਸਲ ਕੇ ਬਾਹਰ ਗਿਆ। ਮਤਰੇਈ ਮਾਂ ਦਰਵਾਜ਼ੇ ਤੇ ਰਾਜਕੁਮਾਰ ਦੇ ਆਦਮੀਆਂ ਦੇ ਨਾਲ ਖੜੀ ਹੋਈ ਸੀ। ਤੁਸੀਂ ਕੱਲ ਕਿਉਂ ਨਹੀਂ ਆ ਜਾਂਦੇ? ਅੱਜ ਉਹ ਬਹੁਤ ਥੱਕੀ ਹੋਈ ਹੈ ਤੇ ਉਹਦੇ ਪੈਰਾਂ ਵਿੱਚ ਵੀ ਸੋਜਸ਼ ਹੈ। ਚੂਹੇ ਨੇ ਮਤਰੇਈ ਮਾਂ ਦੀ ਸਕਰਟ ਤੋਂ ਖੁਦ ਦੀ ਚਾਬੀ ਕੱਢ ਲਈ ਤੇ ਉੱਪਰ ਵੱਲ ਦੀ ਦੌੜਿਆ। ਉਹਨੇ ਚਾਬੀ ਦਰਵਾਜ਼ੇ ਦੇ ਥੱਲਿਓਂ ਸਰਕਾਈ। ਚਾਬੀ ਵੇਖ ਕੇ ਸਿੰਡਰੇਲਾ ਬਹੁਤ ਖੁਸ਼ ਹੋਈ। ਦਰਵਾਜ਼ਾ ਖੋਲ ਕੇ ਉਹ ਛੇਤੀ ਨਾਲ ਥੱਲੇ ਵੱਲ ਭੱਜੀ। ਓਏ, ਤੂੰ ਬਾਹਰ ਕਿਵੇਂ ਨਿਕਲ ਆਈ? ਕਿਰਪਾ ਕਰਕੇ ਰੁਕ ਜਾਓ, ਜਾਓ ਨਾ, ਮੈਂ ਵੀ ਜੁੱਤੀ ਪਾ ਕੇ ਵੇਖਣੀ ਹੈ। ਮਤਰੇਈ ਮਾਂ ਤੇ ਭੈਣਾਂ ਨੇ ਇਹ ਸੁਣ ਕੇ ਜ਼ੋਰ-ਜ਼ੋਰ ਨਾਲ ਹੱਸਣਾ ਸ਼ੁਰੂ ਕਰ ਦਿੱਤਾ। ਸ਼ਾਂਤ ਹੋ ਜਾਓ। ਇਹ ਰਾਜਕੁਮਾਰ ਦਾ ਹੁਕਮ ਹੈ ਕਿ ਰਾਜ ਦੀ ਹਰੇਕ ਕੁੜੀ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਦੋਂ ਸਿੰਡਰੇਲਾ ਨੇ ਜੁੱਤੀ ਪਾਈ, ਸਾਰੇ ਵੇਖ ਕੇ ਹੈਰਾਨ ਰਹਿ ਗਏ, ਕਿਉਂਕਿ ਉਹ ਜੁੱਤੀ ਉਹਦੇ ਪੈਰਾਂ ਵਿੱਚ ਚੰਗੀ ਤਰ੍ਹਾਂ ਨਾਲ ਫਿੱਟ ਆ ਗਈ ਸੀ। ਸੁੰਦਰ ਕੁੜੀਏ, ਕੀ ਇਹ ਜੁੱਤੀ ਤੇਰੀ ਹੈ? ਸਿੰਡਰੇਲਾ ਨੇ ਗਰਦਨ ਹਿਲਾ ਕੇ ਹਾਮੀ ਭਰੀ। ਕਿਰਪਾ ਕਰਕੇ ਸਾਡੇ ਨਾਲ ਮਹਿਲ ਚੱਲੋ। ਸਿੰਡਰੇਲਾ ਉਹਨਾਂ ਦੇ ਨਾਲ ਮਹਿਲ ਵਿੱਚ ਗਈ ਅਤੇ ਉਹਨਾਂ ਨੇ ਉਸ ਨੂੰ ਰਾਜਕੁਮਾਰ ਦੇ ਸਾਹਮਣੇ ਪੇਸ਼ ਕੀਤਾ। ਜਿਵੇਂ ਹੀ ਰਾਜਕੁਮਾਰ ਨੇ ਸਿੰਡਰੇਲਾ ਦੀ ਅੱਖਾਂ ਵਿੱਚ ਵੇਖਿਆ, ਉਹ ਜਾਣ ਗਿਆ ਕਿ ਉਸ ਰਾਤ ਉਸਨੇ ਉਸੇ ਦੇ ਨਾਲ ਨ੍ਰਿਤ ਕੀਤਾ ਸੀ। ਉਸਨੇ ਸਿੰਡਰੇਲਾ ਦਾ ਹੱਥ ਫੜਿਆ। ਆਖਿਰ ਮੈਂ ਤੈਨੂੰ ਲੱਭੇ ਲਿਆ। ਕੀ ਤੂੰ ਮੇਰੇ ਨਾਲ ਵਿਆਹ ਕਰੇਂਗੀ? ਖੁਸ਼ੀ ਦੇ ਹੰਝੂ ਭਰੀਆਂ ਅੱਖਾਂ ਨਾਲ ਉਹਨੇ ਰਾਜਕੁਮਾਰ ਦਾ ਪ੍ਰਸਤਾਵ ਸਵੀਕਾਰ ਕਰ ਲਿਆ। ਉਹਨਾਂ ਨੇ ਵਿਆਹ ਕੀਤਾ ਤੇ ਖੁਸ਼ੀ ਨਾਲ ਜੀਵਨ ਬਿਤਾਉਣ ਲੱਗੇ। ਇੱਕ ਸਮੇਂ ਦੀ ਗੱਲ ਹੈ। ਇੱਕ ਵਿਆਹਿਆ ਹੋਇਆ ਜੋੜਾ ਸੀ। ਹਾਲਾਂਕਿ ਉਹਨਾਂ ਨੂੰ ਇੱਕ ਬੱਚਾ ਚਾਹੀਦਾ ਸੀ, ਪਰ ਉਹਨਾਂ ਦੇ ਲਈ ਇਹ ਮੁਮਕਿਨ ਨਹੀਂ ਸੀ। ਇੱਕ ਦਿਨ ਉਹਦੀ ਘਰਵਾਲੀ ਇੱਕ ਡੈਣ ਦੇ ਕੋਲ ਗਈ
ਅਤੇ ਉਹਨੇ ਉਹਨੂੰ ਕਿਹਾ ਕਿ ਉਹਨੂੰ ਇੱਕ ਬੱਚਾ ਚਾਹੀਦਾ ਹੈ। ਉਦਾਸ ਨਾ ਹੋ ਮੇਰੀ ਧੀਏ, ਜਿੱਥੇ ਚਾਹ ਹੈ ਉੱਥੇ ਹੀ ਰਾਹ ਹੈ। ਇਹ ਬੀਜ ਲੈ ਜਾ ਅਤੇ ਇੱਕ ਗਮਲੇ ਵਿੱਚ ਲਾ ਦੇਵੀਂ, ਅਤੇ ਫਿਰ ਤੈਨੂੰ ਕੁਝ ਹੈਰਾਨ ਹੋਣ ਵਾਲਾ ਨਜ਼ਰ ਆਵੇਗਾ। ਉਹਦੀ ਘਰਵਾਲੀ ਬਹੁਤ ਖੁਸ਼ ਹੋਈ ਅਤੇ ਡੈਣ ਦਾ ਸ਼ੁਕਰੀਆ ਅਦਾ ਕਰਨ ਲੱਗੀ। ਬਦਲੇ ਵਿੱਚ ਉਹਨੇ ਡੈਣ ਨੂੰ ਕੁਝ ਪੈਸੇ ਦਿੱਤੇ। ਉਹ ਘਰ ਗਈ ਅਤੇ ਉਹਨੇ ਬੀਜ ਨੂੰ ਗਮਲੇ ਵਿੱਚ ਲਾ ਦਿੱਤਾ। ਇੱਕ ਉਮੀਦ ਦੇ ਨਾਲ ਉਹ ਉਸ ਗਮਲੇ ਦੇ ਕੋਲ ਬੈਠੀ ਰਹਿੰਦੀ ਸੀ। ਛੇਤੀ ਇੱਕ ਵੱਡਾ ਟੁਲਿਪ ਵਰਗਾ ਫੁੱਲ ਉਸ ਪੌਦੇ ਤੇ ਖਿੜਨ ਲੱਗਾ। ਉਸੇ ਵੇਲੇ ਘਰਵਾਲੀ ਨੇ ਆਪਣੇ ਮਨ ਵਿੱਚ ਸੋਚਿਆ, ਕਿੰਨਾ ਸੋਹਣਾ ਫੁੱਲ ਹੈ, ਅਤੇ ਉਹਦੀ ਬੰਦ ਪੰਖੜੀਆਂ ਦੇ ਕੋਲ ਜਾ ਕੇ ਉਹਨੂੰ ਚੁੰਮ ਲਿੱਤਾ। ਜਿਵੇਂ ਪੰਖੜੀਆਂ ਖੁੱਲਣ ਲੱਗੀਆਂ, ਉਹਦੇ ਵਿੱਚ ਇੱਕ ਨਿੱਕੀ ਬੱਚੀ ਬੈਠੀ ਹੋਈ ਨਜ਼ਰ ਆਉਣ ਲੱਗੀ। ਹੈਰਾਨ ਹੋ ਕੇ ਘਰਵਾਲੀ ਨੇ ਉਸ ਨਿੱਕੀ ਬੱਚੀ ਨੂੰ ਆਪਣੀ ਗੋਦ ਵਿੱਚ ਚੱਕ ਲਿਆ। ਕਿੰਨੀ ਨਿੱਕੀ ਬੱਚੀ ਹੈ ਤੂੰ। ਤੇਰਾ ਨਾਂ ਥੰਬਲੀਨਾ ਹੋਣਾ ਚਾਹੀਦਾ ਹੈ। ਉਸ ਜਨਾਨੀ ਨੇ ਥੰਬਲੀਨਾ ਦਾ ਪੰਘੂੜਾ ਅਖਰੋਟ ਨਾਲ, ਉਹਦਾ ਗੱਦਾ ਪੱਤਿਆਂ ਨਾਲ ਅਤੇ ਉਹਦਾ ਕੰਬਲ ਗੁਲਾਬ ਦੀ ਪੰਖੜੀਆਂ ਨਾਲ ਬਣਾਇਆ। ਥੰਬਲੀਨਾ ਬੜੀ ਆਸਾਨੀ ਨਾਲ ਆਪਣੇ ਨਵੇਂ ਜੀਵਨ ਦੇ ਮੁਤਾਬਕ ਢਲ ਗਈ। ਰਾਤ ਵਿੱਚ ਉਹ ਆਪਣੇ ਬੈੱਡ ਤੇ ਸੌਂਦੀ ਸੀ ਅਤੇ ਦਿਨ ਵਿੱਚ ਉਹ ਟੇਬਲ ਤੇ ਖੇਡਦੀ ਅਤੇ ਗਾਣਾ ਗਾਉਂਦੀ ਰਹਿੰਦੀ। ਇੱਕ ਰਾਤ ਜਦੋਂ ਥੰਬਲੀਨਾ ਆਪਣੇ ਬੈੱਡ ਤੇ ਸੁੱਤੀ ਹੋਈ ਸੀ, ਇੱਕ ਬਦਸੂਰਤ ਡੱਡੂ ਖਿੜਕੀ ਤੇ ਆ ਕੇ ਬਹਿ ਗਿਆ। ਉਹਨੇ ਵੇਖਿਆ ਕਿ ਇੱਕ ਨਿੱਕੀ ਬੱਚੀ ਅਖਰੋਟ ਦੇ ਛਿਲਕੇ ਉੱਤੇ ਸੁੱਤੀ ਪਈ ਹੈ। ਰੈਬਿਟ, ਓਹ ਕਿੰਨੀ ਛੋਟੀ ਤੇ ਸੋਹਣੀ ਬੱਚੀ ਹੈ ਤੂੰ। ਤੂੰ ਮੇਰੇ ਬੇਟੇ ਦੀ ਚੰਗੀ ਦੋਸਤ ਬਣੇਂਗੀ। ਜਿੰਨੀ ਛੇਤੀ ਹੋ ਸਕਦਾ ਸੀ, ਉਸ ਡੱਡੂ ਨੇ ਉਸ ਅਖਰੋਟ ਦੇ ਛਿਲਕੇ ਨੂੰ ਚੱਕ ਕੇ ਖਿੜਕੀ ਤੋਂ ਬਾਹਰ ਛਾਲ ਮਾਰੀ। ਘਰ ਦੇ ਨੇੜੇ ਇੱਕ ਦਲਦਲ ਸੀ। ਉਸੇ ਵਿੱਚ ਉਸ ਬਦਸੂਰਤ ਡੱਡੂ ਅਤੇ ਉਹਦੇ ਬੇਟੇ ਦਾ ਘਰ ਸੀ। ਉਸ ਡੱਡੂ ਦਾ ਬੇਟਾ ਓਨਾ ਹੀ ਬਦਸੂਰਤ ਸੀ ਜਿੰਨਾ ਕਿ ਉਹ ਖੁਦ ਸੀ। ਜਿਵੇਂ ਉਹਨੇ ਛੋਟੀ ਬੱਚੀ ਨੂੰ ਵੇਖਿਆ, ਉਹ ਜ਼ੋਰ-ਜ਼ੋਰ ਨਾਲ ਚੀਖਣ ਲੱਗਾ। ਚੀਖਣਾ ਬੰਦ ਕਰ, ਬੱਚੀ ਜਾਗ ਜਾਵੇਗੀ, ਤੇ ਜੇ ਉਹ ਜਾਗ ਗਈ ਤਾਂ ਇੱਥੋਂ ਭੱਜ ਜਾਵੇਗੀ। ਰੈਬਿਟ। ਪਿਓ ਅਤੇ ਪੁੱਤ ਨੇ ਰਲ ਕੇ ਬੱਚੀ ਦੇ ਲਈ ਇੱਕ ਜਗ੍ਹਾ ਬਣਾਈ ਜਿੱਥੇ ਉਹ ਰਹਿ ਸਕਦੀ ਸੀ। ਉਹਨਾਂ ਦੋਨਾਂ ਨੂੰ ਇੱਕ ਤਰਕੀਬ ਸੁੱਝੀ। ਕਿਉਂ ਨਾ ਅਸੀਂ ਇਸ ਬੱਚੀ ਨੂੰ ਨਦੀ ਦੇ ਕੋਲ ਕਿਸੇ ਇੱਕ ਲਿਲੀ ਦੇ ਫੁੱਲ ਵਿੱਚ ਰੱਖੀਏ, ਜਿੱਥੇ ਚਾਰੋਂ ਪਾਸੇ ਪਾਣੀ ਹੈ। ਉਹ ਉੱਥੋਂ ਭੱਜ ਵੀ ਨਹੀਂ ਸਕੇਗੀ। ਇਹੋ ਜਿਹੀ ਥਾਂ ਤੋਂ। ਪਿਓ ਡੱਡੂ ਨੇ ਥੰਬਲੀਨਾ ਨੂੰ ਇੱਕ ਲਿਲੀ ਦੇ ਪੱਤੇ ਦੇ ਉੱਤੇ ਰੱਖਿਆ। ਸਵੇਰ ਦੇ ਟਾਈਮ ਸੂਰਜ ਦੀ ਕਿਰਨਾਂ ਦੇ ਨਾਲ ਥੰਬਲੀਨਾ ਜਾਗ ਗਈ। ਜਦ ਉਹਨੇ ਵੇਖਿਆ ਕਿ ਉਹ ਘਰ ਵਿੱਚ ਨਹੀਂ ਹੈ ਅਤੇ ਉਹਦੇ ਚਾਰੋਂ ਪਾਸੇ ਪਾਣੀ ਹੀ ਪਾਣੀ ਹੈ, ਤਾਂ ਉਹ ਡਰ ਕੇ ਰੋਣ ਲੱਗੀ। ਮੈਂ ਕਿੱਥੇ ਆ? ਦੋਵੇਂ ਡੱਡੂ ਥੰਬਲੀਨਾ ਦੇ ਕੋਲ ਪੁੱਜੇ। ਇਹ ਤੇਰਾ ਨਵਾਂ ਦੋਸਤ ਹੈ। ਮੈਂ ਤੇਰੇ ਲਈ ਨਵਾਂ ਘਰ ਬਣਾ ਰਿਹਾ ਹਾਂ। ਉਹ ਦਲਦਲ ਦੀ ਕਾਫੀ ਡੂੰਘਾਈ ਤੇ ਹੋਵੇਗਾ। ਦੋਵੇਂ ਡੱਡੂ ਥੰਬਲੀਨਾ ਦਾ ਭਗੂੜਾ ਲੈ ਕੇ ਤੈਰਦੇ ਹੋਏ ਉੱਥੋਂ ਚਲੇ ਗਏ, ਉਹਨੂੰ ਉੱਥੇ ਪੱਤਿਆਂ ਤੇ ਹੀ ਛੱਡ ਕੇ। ਉਸੇ ਵੇਲੇ ਉੱਥੇ ਕੁਝ ਲਾਲ ਮੱਛੀਆਂ ਤੈਰਦੇ ਹੋਏ ਪੁੱਜੀਆਂ ਅਤੇ ਉਹਨਾਂ ਨੇ ਉਸ ਬਦਸੂਰਤ ਡੱਡੂ ਦੀ ਗੱਲਾਂ ਸੁਣੀਆਂ। ਉਹਨਾਂ ਮੱਛੀਆਂ ਨੂੰ ਇਹ ਬਿਲਕੁਲ ਵੀ ਚੰਗਾ ਨਹੀਂ ਲੱਗਿਆ ਕਿ ਇੱਕ ਬਦਸੂਰਤ ਦਲਦਲ ਦਾ ਡੱਡੂ ਇੱਕ ਇੰਨੀ ਸੋਹਣੀ ਬੱਚੀ ਥੰਬਲੀਨਾ ਨੂੰ ਤਕਲੀਫ ਦੇ ਰਿਹਾ ਸੀ। ਤੂੰ ਚਿੰਤਾ ਨਾ ਕਰ, ਅਸੀਂ ਤੈਨੂੰ ਬਚਾਵਾਂਗੇ। ਸਾਰੀ ਮੱਛੀਆਂ ਨੇ ਉਸ ਲਿੱਲੀ ਦੇ ਫੁੱਲ ਦੇ ਪੱਤੇ ਦੀ ਡੰਡੀ ਨੂੰ ਚਬਾਣਾ ਸ਼ੁਰੂ ਕੀਤਾ, ਜਿਸ ਵਿੱਚ ਉਹ ਨਿੱਕੀ ਬੱਚੀ ਸੀ। ਸਿਰਫ ਇੱਕ ਪੱਤੇ ਦੇ ਸਹਾਰੇ ਥੰਬਲੀਨਾ ਉੱਥੋਂ ਪਾਣੀ ਤੇ ਤੈਰਦੇ ਹੋਏ ਨਿਕਲਣ ਵਿੱਚ ਕਾਮਯਾਬ ਹੋ ਗਈ। ਉਹ ਹਰਾ ਪੱਤਾ ਆਪਣੀ ਰਾਹ ਬਣਾਉਂਦੇ ਹੋਏ ਚਲਿਆ ਜਾ ਰਿਹਾ ਸੀ ਅਤੇ ਇਹ ਨਜ਼ਾਰਾ ਪੰਛੀ ਤਾਰੀਫ ਨਾਲ ਵੇਖ ਰਹੇ ਸਨ। ਕਿੰਨੀ ਸੋਹਣੀ ਅਤੇ ਨਿੱਕੀ ਹੈ ਉਹ। ਅਤੇ ਜਿਵੇਂ ਹੀ ਉਹ ਆਪਣੇ ਰਸਤੇ ਤੋਂ ਗੁਜ਼ਰ ਰਹੇ ਸਨ, ਉਹਨਾਂ ਦੇ ਸਾਹਮਣੇ ਇੱਕ ਵੱਡਾ ਜਿਹਾ ਮੀਂਹ ਬਗ ਆਇਆ। ਉਸ ਬਗ ਨੇ ਥੰਬਲੀਨਾ ਨੂੰ ਛੇਤੀ ਨਾਲ ਚੱਕਿਆ ਅਤੇ ਪੇੜ ਤੇ ਜਾ ਕੇ ਬਹਿ ਗਿਆ। ਆਪਣੇ ਆਪ ਨੂੰ ਪੇੜ ਤੇ ਪਾ ਕੇ ਥੰਬਲੀਨਾ ਕਾਫੀ ਘਬਰਾ ਗਈ। ਕਿਸ ਤਰ੍ਹਾਂ ਦਾ ਬਗ ਹੈ ਤੂੰ, ਅਤੇ ਮੈਨੂੰ ਇੱਥੇ ਕਿਉਂ ਲਿਆਇਆ ਹੈ? ਮੈਂ ਇੱਕ ਮੇਬਗ ਹਾਂ ਤੇ ਮੈਂ ਤੇਰੇ ਵਰਗੇ ਮੇਬਗ ਨੂੰ ਕਦੇ ਨਹੀਂ ਵੇਖਿਆ। ਇਸੇ ਲਈ ਤੈਨੂੰ ਇੱਥੇ ਲਿਆਇਆ ਹਾਂ ਤਾਂ ਜੋ ਮੇਰੇ ਦੋਸਤ ਤੈਨੂੰ ਵੇਖ ਸਕਣ। ਕੁਝ ਦੇਰ ਬਾਅਦ ਸਾਰੇ ਮੇਬਗ ਜੋ ਉਸ ਪੇੜ ਤੇ ਬੈਠੇ ਸੀ ਥੰਬਲੀਨਾ ਨੂੰ ਵੇਖਣ ਪਹੁੰਚ ਗਏ।
ਉਹਨਾਂ ਸਾਰੇ ਮੇਬਗ ਨੂੰ ਉਸ ਨਿੱਕੀ ਬੱਚੀ ਦਾ ਰੂਪ ਵੇਖ ਕੇ ਜਲਨ ਹੋਣ ਲੱਗੀ। तू एक मजेदार चीज है। ਤੇਰੇ ਤਾਂ ਪੰਖ ਵੀ ਨਹੀਂ ਨੇ। ਕਿੰਨੀ ਬਦਸੂਰਤ ਹੈ, ਇਹਦੇ ਵੱਲ ਵੇਖ ਵੀ ਨਹੀਂ ਸਕਦਾ ਕੋਈ। तू आजाद है, तू जिथे जाना चाहे तू जा सकती है। सानू तेरे वर्गी बदसूरत चीज नहीं चाहिदी है। ਥੰਬਲੀਨਾ ਨੇ ਪੂਰਾ ਗਰਮੀ ਦਾ ਮੌਸਮ ਕੱਲਿਆਂ ਹੀ ਗੁਜ਼ਾਰਿਆ। ਉਹਨੇ ਖੁਦ ਹੀ ਆਪਣੀ ਭੁੱਖ ਅਤੇ ਪਿਆਸ ਮਿਟਾਉਣ ਦੇ ਲਈ ਉਹਨਾਂ ਫੁੱਲਾਂ ਦਾ ਪਾਣੀ ਪੀ ਕੇ ਦਿਨ ਗੁਜ਼ਾਰੇ। ਕਾਫੀ ਦਿਨਾਂ ਬਾਅਦ ਜਦੋਂ ਸਰਦੀ ਦਾ ਮੌਸਮ ਆਇਆ ਤਾਂ ਉਹਨੂੰ ਠੰਡ ਲੱਗਣ ਲੱਗੀ, ਕਿਉਂਕਿ ਉਹਨੇ ਗਰਮੀ ਦੇ ਕੱਪੜੇ ਪਾਏ ਹੋਏ ਸੀ। ਦੂਰ ਤੋਂ ਇੱਕ ਖੇਤ ਨਜ਼ਰ ਆ ਰਿਹਾ ਸੀ ਜੋ ਘਾਹ ਨਾਲ ਭਰਿਆ ਹੋਇਆ ਸੀ। ਕਾਫੀ ਦੇਰ ਚੱਲਣ ਤੋਂ ਬਾਅਦ ਥੰਬਲੀਨਾ ਉਸ ਖੇਤ ਵਿੱਚ ਜਾ ਪਹੁੰਚੀ। ਘਾਹ ਦੇ ਥੱਲੇ ਉਹਨੂੰ ਚੂਹਿਆਂ ਦਾ ਘਰ ਨਜ਼ਰ ਆਇਆ। ਖਾਣਾ ਮਿਲਣ ਦੀ ਉਮੀਦ ਵਿੱਚ ਥੰਬਲੀਨਾ ਨੇ ਬੂਹਾ ਖੜਕਾਇਆ ਅਤੇ ਥੋੜਾ ਜਿਹਾ ਜੌਂ ਮੰਗਿਆ। ਨੇਕ ਦਿਲ ਦੀ ਚੂਹੀ ਨੇ ਉਹਨੂੰ ਅੰਦਰ ਬੁਲਾ ਲਿਆ। ਥੰਬਲੀਨਾ ਨੇ ਫਟਾਫਟ ਅੰਦਰ ਜਾ ਕੇ ਸਾਰਾ ਖਾਣਾ ਖਾ ਲਿਆ ਜੋ ਚੂਹੀ ਨੇ ਉਹਨੂੰ ਦਿੱਤਾ। ਉਸ ਚੂਹੀ ਨੂੰ ਥੰਬਲੀਨਾ ਬਹੁਤ ਪਸੰਦ ਆਈ। ਜੇ ਤੂੰ ਮੈਨੂੰ ਹਰ ਦਿਨ ਇੱਕ ਕਹਾਣੀ ਸੁਣਾਵੇਂਗੀ ਤਾਂ ਮੈਂ ਸਰਦੀਆਂ ਖਤਮ ਹੋਣ ਤੱਕ ਤੈਨੂੰ ਇੱਥੇ ਰਹਿਣ ਦਿਆਂਗੀ। ਬੜੀ ਤਸੱਲੀ ਦੇ ਨਾਲ ਥੰਬਲੀਨਾ ਨੇ ਚੂਹੀ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿੱਤਾ। ਅੱਜ ਮੇਰਾ ਪੜੋਸੀ ਆਉਣ ਵਾਲਾ ਹੈ, ਉਹਦੀ ਹਾਲਤ ਮੇਰੇ ਤੋਂ ਚੰਗੀ ਹੈ। ਜੇ ਤੂੰ ਉਹਦੇ ਨਾਲ ਜਾਵੇਂਗੀ ਤਾਂ ਉਹ ਤੈਨੂੰ ਬੜੇ ਆਰਾਮ ਨਾਲ ਰੱਖੇਗਾ, ਪਰ ਇੱਕ ਗੱਲ ਦਾ ਧਿਆਨ ਰੱਖੀ, ਉਹਦੀ ਨਜ਼ਰ ਕਮਜ਼ੋਰ ਹੈ। ਤੂੰ ਆਪਣੀ ਸਭ ਤੋਂ ਚੰਗੀ ਪਰੀ ਕਹਾਣੀਆਂ ਸੁਣਾ ਕੇ ਉਹਨੂੰ ਹਮੇਸ਼ਾ ਰੁਝਾਈ ਰੱਖੀ। ਕੁਝ ਸਮੇਂ ਬਾਅਦ ਆਪਣੀ ਪਿੱਠ ਤੇ ਮਖਮਲੀ ਫਰ ਲਈ ਇੱਕ ਛਛੁੰਦਰ ਉੱਥੇ ਆਇਆ। ਥੰਬਲੀਨਾ ਨੂੰ ਉਹ ਛਛੁੰਦਰ ਕੁਝ ਖਾਸ ਪਸੰਦ ਨਹੀਂ ਆਇਆ, ਪਰ ਉਹਨੂੰ ਉਸ ਛਛੁੰਦਰ ਨੂੰ ਨਾਰਾਜ਼ ਨਹੀਂ ਕਰਨਾ ਸੀ, ਇਸ ਲਈ ਉਹ ਗਾਣਾ ਗਾਉਣ ਦੇ ਲਈ ਰਾਜ਼ੀ ਹੋਈ। Fly, fly, ladybug, wedding will be tomorrow. Mommy will buy you new shoes and clothes tomorrow. ਨਜ਼ਰ ਕਮਜ਼ੋਰ ਹੋਣ ਦੇ ਬਾਵਜੂਦ ਛਛੁੰਦਰ ਨੂੰ ਇਹ ਅਹਿਸਾਸ ਹੋਇਆ ਕਿ ਉਹਨੂੰ ਥੰਬਲੀਨਾ ਬਹੁਤ ਚੰਗੀ ਲੱਗਣ ਲੱਗ ਪਈ ਹੈ। मैं इस पूरे रस्ते खड्डा खोदते हुए इत्थे पहुंचे हाँ। जे तू चाहे तो असी ऐसे रस्ते तो जा सकते हाँ ते मैं तेनू अपना घर विखा सकदा हाँ। ਅਤੇ ਉਹਨੇ ਉਹਨੂੰ ਘਰ ਲੈ ਜਾਣ ਦਾ ਫੈਸਲਾ ਕੀਤਾ। ਚੂਹੀ ਨੂੰ ਵੀ ਨਾਲ ਆਉਣ ਨੂੰ ਤਿਆਰ ਹੁੰਦਿਆਂ ਵੇਖ ਥੰਬਲੀਨਾ ਵੀ ਤਿਆਰ ਹੋ ਗਈ ਜਾਣ ਦੇ ਲਈ। ਉਹ ਲੋਕੀ ਉੱਥੋਂ ਜਾਣ ਲੱਗੇ। ਜਾਂਦੇ ਜਾਂਦੇ ਉਹਨਾਂ ਨੂੰ ਇੱਕ ਚਿੜੀ ਜ਼ਮੀਨ ਤੇ ਪਈ ਹੋਈ ਨਜ਼ਰ ਆਈ। ਉਹਦਾ ਸਿਰ ਉਹਦੇ ਪੰਖਾਂ ਨਾਲ ਢੱਕਿਆ ਹੋਇਆ ਸੀ, ਉਹਦੇ ਪੰਖ ਟੁੱਟੇ ਹੋਏ ਸੀ। ਇਹ ਚਿੜੀ ਇੱਥੇ ਨਹੀਂ ਸੀ ਜਦੋਂ ਮੈਂ ਆਇਆ। ਇਹ ਜ਼ਰੂਰ ਇਸ ਹੋਲ ਤੋਂ ਗਿਰੀ ਹੋਣੀ। ਥੰਬਲੀਨਾ ਨੇ ਜੰਗਲ ਵਿੱਚ ਚਿੜੀਆਂ ਨੂੰ ਖੁਦ ਦੇ ਬਾਰੇ ਗੱਲ ਕਰਦੇ ਹੋਏ ਸੁਣਿਆ ਸੀ। ਉਹਨਾਂ ਵਿੱਚੋਂ ਇੱਕ ਚਿੜੀ ਨੂੰ ਇਸ ਹਾਲਤ ਵਿੱਚ ਵੇਖ ਕੇ ਉਹਨੂੰ ਬੜਾ ਦੁੱਖ ਹੋਇਆ। ਚੂਹੀ ਅਤੇ ਛਛੁੰਦਰ ਦੀ ਨਜ਼ਰ ਬਚਾ ਕੇ ਉਹ ਚਿੜੀ ਦੇ ਕੋਲ ਗਈ ਅਤੇ ਉਸ ਨੂੰ ਚੁੰਮਿਆ। ਇਹ ਉਹਨਾਂ ਚਿੜੀਆਂ ਵਿੱਚੋਂ ਇੱਕ ਹੋਵੇਗੀ ਜੋ ਗਰਮੀਆਂ ਦੇ ਵਕਤ ਆਵਾਜ਼ ਕਰਦੀਆਂ ਸੀ। ਜੇ ਅਜਿਹਾ ਹੈ ਤਾਂ ਮੈਂ ਇਸ ਚਿੜੀ ਦੀ ਕਰਜ਼ਦਾਰ ਹਾਂ। ਚੱਲ ਥੰਬਲੀਨਾ, ਅਸੀਂ ਤੇਰਾ ਇੰਤਜ਼ਾਰ ਕਰ ਰਹੇ ਹਾਂ। ਉਹ ਉਸ ਰਾਤ ਸੌਂ ਨਹੀਂ ਪਾ ਰਹੀ ਸੀ। ਉਹਨੇ ਘਾਹ ਦੀ ਇੱਕ ਚਾਦਰ ਬਣਾਈ। ਕੋਰੀਡੋਰ ਵਿੱਚ ਜਾ ਕੇ ਉਹਨੇ ਉਸ ਚਿੜੀ ਤੇ ਪਾ ਦਿੱਤੇ। ਉਹਨੇ 1 ਮਿੰਟ ਦੇ ਪੱਤੇ ਨੂੰ ਗਿੱਲਾ ਕਰਕੇ ਉਸ ਚਿੜੀ ਦੇ ਸਿਰ ਤੇ ਰੱਖਿਆ। ਛੇਤੀ ਠੀਕ ਹੋ ਜਾ ਸੋਹਣੀ ਚਿੜੀਏ। ਅਗਲੇ ਦਿਨ ਥੰਬਲੀਨਾ ਉਸ ਚਿੜੀ ਨੂੰ ਵੇਖਣ ਗਈ ਤਾਂ ਉਹਦੀਆਂ ਅੱਖਾਂ ਖੁੱਲੀਆਂ ਹੋਈਆਂ ਸਨ। ਮੈਂ ਤੇਰਾ ਸ਼ੁਕਰੀਆ ਅਦਾ ਕਿਵੇਂ ਕਰਾਂ, ਤੂੰ ਮੇਰਾ ਇੰਨਾ ਖਿਆਲ ਰੱਖਿਆ। ਹੁਣ ਮੈਂ ਬਹੁਤ ਛੇਤੀ ਠੀਕ ਹੋ ਜਾਵਾਂਗੀ। ਠੀਕ ਹੁੰਦੇ ਹੀ ਮੈਂ ਆਪਣੇ ਦੋਸਤਾਂ ਦੇ ਕੋਲ ਦੂਜੇ ਗਰਮ ਦੇਸ਼ਾਂ ਵਿੱਚ ਜਾ ਸਕਦੀ ਹਾਂ। ਪਰ ਬਹੁਤ ਠੰਡ ਹੈ, ਤੁਹਾਨੂੰ ਇਸ ਗਰਮ ਬੈੱਡ ਤੇ ਆਰਾਮ ਕਰਨਾ ਚਾਹੀਦਾ ਹੈ। ਥੰਬਲੀਨਾ ਨੇ ਉਹਨੂੰ ਆਰਾਮ ਕਰਨ ਦੀ ਨਸੀਹਤ ਦੇਣ ਤੋਂ ਬਾਅਦ ਉਹਦੇ ਲਈ ਇੱਕ ਫੁੱਲ ਦੀ ਪੰਖੜੀ ਵਿੱਚ ਪੀਣ ਦੇ ਲਈ ਪਾਣੀ ਲਿਆਂਦਾ ਅਤੇ ਉਸ ਚਿੜੀ ਨੂੰ ਪਵਾਇਆ। ਤੇ ਫਿਰ ਉਸਨੇ ਉਸ ਚਿੜੀ ਦੀ ਕਹਾਣੀ ਸੁਣੀ ਕਿ ਕਿਵੇਂ ਉਹ ਝਾੜੀਆਂ ਦੇ ਵਿੱਚ ਉੱਡ ਰਹੀ ਸੀ ਜਦ ਉਹਦੇ ਪੰਖ ਟੁੱਟ ਗਏ। ਆਖਰਕਾਰ ਠੰਡ ਦਾ ਮੌਸਮ ਚਲਾ ਗਿਆ ਅਤੇ ਸੂਰਜ ਆਪਣੀ ਰੌਸ਼ਨੀ ਨਾਲ ਚਾਰੋਂ ਪਾਸੇ ਗਰਮਾਹਟ ਫੈਲਾਉਣ ਲੱਗਿਆ। ਚਿੜੀ ਨੂੰ ਪਤਾ ਚੱਲਿਆ ਕਿ ਹੁਣ ਉਹਨੂੰ ਥੰਬਲੀਨਾ ਨੂੰ ਅਲਵਿਦਾ ਕਹਿਣਾ ਹੈ। ਕੀ ਤੂੰ ਮੇਰੇ ਨਾਲ ਜੰਗਲ ਵਿੱਚ ਆਉਣਾ ਚਾਹੇਂਗੀ? ਮੈਂ ਤੁਹਾਡੇ ਨਾਲ ਆਉਣਾ ਚਾਹੁੰਦੀ ਹਾਂ, ਪਰ ਮੇਰੇ ਦੋਸਤ ਚੂਹੇ ਨੂੰ ਬੁਰਾ ਲੱਗੇਗਾ। ਮੈਂ ਉਹਨੂੰ ਛੱਡ ਕੇ ਨਹੀਂ ਆ ਸਕਦੀ।
ਜੇ ਅਜਿਹਾ ਹੈ ਤਾਂ ਫਿਰ ਗੁੱਡ ਬਾਏ ਥੰਬਲੀਨਾ, ਅਸੀਂ ਫਿਰ ਕਿਸੇ ਹੋਰ ਦਿਨ ਮਿਲਾਂਗੇ। ਹੰਝੂ ਭਰੀਆਂ ਨਜ਼ਰਾਂ ਨਾਲ ਥੰਬਲੀਨਾ ਉਸ ਚਿੜੀ ਨੂੰ ਉੜਦੇ ਹੋਏ ਵੇਖ ਰਹੀ ਸੀ। ਗਰਮੀ ਨੂੰ ਆਂਦਿਆਂ ਵੇਖ ਥੰਬਲੀਨਾ ਦੀ ਚਿੰਤਾ ਹੋਰ ਵੱਧ ਗਈ। ਗਰਮੀਆਂ ਸ਼ੁਰੂ ਹੋ ਗਈਆਂ ਨੇ, ਹੁਣ ਉਸ ਮਖਮਲੀ ਫਰ ਵਾਲੀ ਛਛੁੰਦਰ ਨਾਲ ਤੇਰਾ ਵਿਆਹ ਕਰਨਾ ਹੈ। ਚੱਲ ਅਸੀਂ ਕੁਝ ਚੰਗੇ ਕੱਪੜੇ ਲੈ ਆਉਂਦੇ ਹਾਂ। ਠੰਡ ਦਾ ਮੌਸਮ ਆ ਗਿਆ ਹੈ। ਮੇਰੇ ਨਾਲ ਜ਼ਮੀਨ ਦੇ ਥੱਲੇ ਰਹਿਣ ਲਈ ਤਿਆਰ ਹੋ ਜਾ ਮੇਰੀ ਪਿਆਰੀ ਥੰਬਲੀਨਾ। ਥੰਬਲੀਨਾ ਉਸ ਜ਼ਮੀਨ ਦੇ ਥੱਲੇ ਠੰਡ ਅਤੇ ਅੰਧੇਰੇ ਵਿੱਚ ਜਾਣ ਤੋਂ ਪਹਿਲਾਂ ਇੱਕ ਆਖਰੀ ਵਾਰ ਬਾਹਰ ਗਈ ਤਾਂ ਜੋ ਉਹ ਸੂਰਜ ਨੂੰ ਵੇਖ ਸਕੇ। ਜਿਵੇਂ ਹੀ ਉਹ ਅੰਦਰ ਆਣ ਲੱਗੀ, ਉਹਦੇ ਸਿਰ ਦੇ ਉੱਪਰ ਇੱਕ ਚਿੜੀ ਦੀ ਆਵਾਜ਼ ਆਈ। ਉਹਨੇ ਉੱਪਰ ਵੇਖਿਆ ਤਾਂ ਉਹ ਉਹਦੀ ਪਿਆਰੀ ਚਿੜੀ ਸੀ ਜਿਹਦੀ ਜਾਨ ਉਹਨੇ ਬਚਾਈ ਸੀ। ਥੰਬਲੀਨਾ ਨੇ ਚਿੜੀ ਨੂੰ ਦੱਸਿਆ ਕਿ ਛਛੁੰਦਰ ਉਹਦੇ ਨਾਲ ਜ਼ਬਰਦਸਤੀ ਵਿਆਹ ਕਰਨਾ ਚਾਹੁੰਦਾ ਹੈ ਤੇ ਉਹਨੂੰ ਜ਼ਮੀਨ ਦੇ ਥੱਲੇ ਰਹਿਣਾ ਪਵੇਗਾ। ਸਰਦੀਆਂ ਆਉਣ ਵਾਲੀਆਂ ਨੇ ਅਤੇ ਅਸੀਂ ਸਾਰੇ ਗਰਮ ਦੇਸ਼ਾਂ ਵਿੱਚ ਜਾ ਰਹੇ ਹਾਂ। ਤੂੰ ਸਾਡੇ ਨਾਲ ਆ ਸਕਦੀ ਹੈ। ਤੂੰ ਮੇਰੀ ਜਾਨ ਬਚਾਈ ਹੈ ਅਤੇ ਮੈਂ ਤੇਰਾ ਅਹਿਸਾਨ ਚੁਕਾਉਣਾ ਚਾਹੁੰਦੀ ਹਾਂ। ਇਸ ਵਾਰ ਥੰਬਲੀਨਾ ਨੇ ਚਿੜੀ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿੱਤਾ ਅਤੇ ਥੰਬਲੀਨਾ ਉਸ ਚਿੜੀ ਦੇ ਨਾਲ ਉੱਡ ਕੇ ਚਲੀ ਗਈ। ਜੰਗਲਾਂ, ਨਦੀਆਂ, ਬਰਫ਼ ਨਾਲ ਢੱਕੇ ਹੋਏ ਪਹਾੜਾਂ ਦੇ ਉੱਪਰ ਤੋਂ ਹੁੰਦੇ ਹੋਏ ਕੁਝ ਸਮੇਂ ਬਾਅਦ ਉਹ ਦੋਹੇ ਗਰਮ ਦੇਸ਼ਾਂ ਵਿੱਚ ਪਹੁੰਚ ਗਈਆਂ ਜੋ ਬਹੁਤ ਹੀ ਸੋਹਣਾ ਸੀ। ਸੂਰਜ ਦੀ ਤੇਜ਼ ਕਿਰਨਾਂ ਨਾਲ ਪੂਰਾ ਆਕਾਸ਼ ਚਮਕ ਰਿਹਾ ਸੀ। ਇਹ ਮੇਰਾ ਘਰ ਹੈ। ਇਹਨਾਂ ਫੁੱਲਾਂ ਵਿੱਚੋਂ ਕੋਈ ਵੀ ਸੋਹਣਾ ਜਿਹਾ ਫੁੱਲ ਆਪਣੇ ਲਈ ਚੁਣ ਲੈ। ਇਹ ਵਾਲਾ ਬਹੁਤ ਸੋਹਣਾ ਹੈ। ਚਿੜੀ ਨੇ ਥੰਬਲੀਨਾ ਨੂੰ ਉਸ ਫੁੱਲ ਤੇ ਰੱਖਿਆ। ਥੰਬਲੀਨਾ ਉਸ ਸੋਹਣੇ ਵਾਤਾਵਰਣ ਵਿੱਚ ਬਹੁਤ ਖੁਸ਼ ਸੀ। ਉਸ ਸੋਹਣੇ ਫੁੱਲ ਤੇ ਬਹਿ ਕੇ ਉਸ ਦੀ ਬਾਰੀਕੀਆਂ ਨੂੰ ਗੌਰ ਨਾਲ ਵੇਖ ਰਹੀ ਸੀ। ਉਸ ਫੁੱਲ ਦੇ ਅੰਦਰ ਇੱਕ ਛੋਟਾ ਜਿਹਾ ਬੱਚਾ ਬੈਠਾ ਹੋਇਆ ਸੀ ਜੋ ਸ਼ੀਸ਼ੇ ਦੀ ਤਰ੍ਹਾਂ ਚਮਕ ਰਿਹਾ ਸੀ। ਇਹ ਬੱਚਾ ਉਸ ਫੁੱਲ ਦਾ ਰਾਜਕੁਮਾਰ ਸੀ। ਉੱਥੇ ਹਰ ਫੁੱਲ ਦਾ ਇੱਕ ਰਾਜਕੁਮਾਰ ਸੀ। ਉਹ ਇੱਕ ਉਂਗਲੀ ਜਿੰਨਾ ਉੱਚਾ ਸੀ, ਜਿਹਦੇ ਚਮਕਦੇ ਹੋਏ ਪੰਖ ਸੀ ਅਤੇ ਸਿਰ ਤੇ ਇੱਕ ਸੁਨਹਿਰਾ ਤਾਜ ਸੀ। ਉਸ ਰਾਜਕੁਮਾਰ ਨੇ ਪਹਿਲੀ ਵਾਰ ਇੰਨੀ ਸੋਹਣੀ ਕੁੜੀ ਵੇਖੀ ਸੀ ਜੋ ਉਸੇ ਦੀ ਕੱਦ ਕਾਠੀ ਦੀ ਸੀ। ਤੇਰਾ ਨਾਂ ਕੀ ਹੈ ਸੋਹਣੀ ਕੁੜੀਏ? ਮੇਰਾ ਨਾਂ ਹੈ ਥੰਬਲੀਨਾ। ਉਸ ਰਾਜਕੁਮਾਰ ਨੇ ਆਪਣਾ ਸੁਨਹਿਰਾ ਤਾਜ ਲਾ ਕੇ ਥੰਬਲੀਨਾ ਦੇ ਸਿਰ ਉੱਤੇ ਰੱਖ ਦਿੱਤਾ। ਜੇ ਤੂੰ ਮੇਰੇ ਨਾਲ ਵਿਆਹ ਕੀਤਾ ਤਾਂ ਤੂੰ ਇਹਨਾਂ ਸਾਰੇ ਫੁੱਲਾਂ ਦੀ ਰਾਣੀ ਬਣ ਜਾਵੇਂਗੀ। ਇੰਨੀ ਤਕਲੀਫਾਂ ਵਿੱਚ ਰਹਿਣ ਦੇ ਬਾਅਦ ਇੰਨੀ ਸੋਹਣੀ ਜਗ੍ਹਾ ਤੇ ਹੋਣ ਦੀ ਵਜ੍ਹਾ ਕਰਕੇ ਥੰਬਲੀਨਾ ਨੇ ਖੁਸ਼ੀ-ਖੁਸ਼ੀ ਉਸ ਰਾਜਕੁਮਾਰ ਦੀ ਪੇਸ਼ਕਸ਼ ਸਵੀਕਾਰ ਕਰ ਲਿੱਤੀ। ਉਸ ਰਾਜਕੁਮਾਰ ਨੇ ਥੰਬਲੀਨਾ ਦਾ ਹੱਥ ਫੜਿਆ ਅਤੇ ਉਸੇ ਵੇਲੇ ਥੰਬਲੀਨਾ ਦੇ ਮੋਢਿਆਂ ਦੇ ਪਿੱਛੇ ਦੋ ਪੰਖ ਉੱਭਰ ਆਏ। ਥੰਬਲੀਨਾ ਹੁਣ ਇੱਕ ਪਰੀ ਬਣ ਚੁੱਕੀ ਸੀ। ਉਹ ਦੋਵੇਂ ਖੁਸ਼ੀ ਨਾਲ ਆਪਣਾ ਜੀਵਨ ਬਿਤਾਉਣ ਲੱਗੇ। ਇੱਕ ਛੋਟੇ ਜਿਹੇ ਫਾਰਮ ਤੇ ਇੱਕ ਕਿਊਟ ਜਿਹੀ ਡਕ ਫੈਮਿਲੀ ਰਹਿੰਦੀ ਸੀ। ਮੰਮੀ ਡਕ ਆਪਣੇ ਅੰਡਿਆਂ ਤੇ ਬਹਿ ਕੇ ਉਹਦੇ ਵਿੱਚੋਂ ਆਪਣੇ ਬੱਚਿਆਂ ਦੇ ਬਾਹਰ ਆਉਣ ਦਾ ਇੰਤਜ਼ਾਰ ਕਰ ਰਹੀ ਸੀ। ਉਹ ਪੂਰੇ 7 ਅੰਡੇ ਸੀ। ਇੱਕ ਸੁਨਹਿਰੀ ਸਵੇਰ ਅੰਡਿਆਂ ਤੋਂ ਬੱਚੇ ਬਾਹਰ ਆਉਣ ਲੱਗੇ। ਛੇਤੀ ਹੀ ਉਹਨਾਂ ਵਿੱਚੋਂ 6 ਡਕਲਿੰਗਸ ਬਾਹਰ ਆ ਗਏ। ਡਕਲਿੰਗਸ ਆਪਣੀ ਇਸ ਨਵੀਂ ਦੁਨੀਆ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋਏ ਕੁਐਕ ਕੁਐਕ ਕਰਦੇ ਹੋਏ ਆਪਣੀ ਮਾਂ ਦੇ ਆਲੇ ਦੁਆਲੇ ਘੁੰਮ ਰਹੇ ਸੀ। ਪਰ ਉਹਨਾਂ ਅੰਡਿਆਂ ਵਿੱਚੋਂ ਜੋ ਸਭ ਤੋਂ ਵੱਡਾ ਅੰਡਾ ਸੀ, ਉਹਦੇ ਵਿੱਚੋਂ ਬੱਚਾ ਬਾਹਰ ਆਉਣ ਦੀ ਬਹੁਤ ਕੋਸ਼ਿਸ਼ ਕਰ ਰਿਹਾ ਸੀ, ਪਰ ਉਹ ਬਾਹਰ ਨਹੀਂ ਆ ਪਾ ਰਿਹਾ ਸੀ ਅਤੇ ਇਸੇ ਵਜ੍ਹਾ ਕਰਕੇ ਮਾਂ ਡਕ ਬਹੁਤ ਪਰੇਸ਼ਾਨ ਹੋ ਗਈ। ਮਦਰ ਡਕ ਨੇ ਥੋੜੀ ਦੇਰ ਹੋਰ ਇੰਤਜ਼ਾਰ ਕਰਨ ਦੀ ਸੋਚੀ ਤੇ ਫਿਰ ਉਹ ਆਖਰੀ 7ਵਾਂ ਅੰਡਾ ਫੁੱਟਿਆ। ਉਹ ਡਕਲਿੰਗ ਬਹੁਤ ਹੀ ਉਲਝਣ ਭਰੀਆਂ ਨਜ਼ਰਾਂ ਨਾਲ ਇੱਧਰ-ਉੱਧਰ ਵੇਖ ਰਿਹਾ ਸੀ। ਉਹ ਇਸ ਗੱਲ ਤੋਂ ਅਣਜਾਣ ਸੀ ਕਿ ਉਹਦੀ ਮਾਂ ਅਤੇ ਉਹਦੇ ਭੈਣ ਭਰਾ ਵੀ ਉਹਨੂੰ ਉਲਝਣ ਭਰੀਆਂ ਨਜ਼ਰਾਂ ਨਾਲ ਵੇਖ ਰਹੇ ਸੀ।
ਕਿਉਂਕਿ ਉਹ ਡਕਲਿੰਗ ਬਿਲਕੁਲ ਵੀ ਆਪਣੇ ਭੈਣ ਭਰਾਵਾਂ ਵਰਗਾ ਨਹੀਂ ਦਿਸ ਰਿਹਾ ਸੀ। ਉਹ ਥੋੜਾ ਚੌੜਾ ਸੀ ਅਤੇ ਉਹਦੇ ਭੂਰੇ ਤੇ ਚਿੱਟੇ ਪੰਖ ਸੀ। ਬਾਕੀ ਡਕਲਿੰਗਸ ਉਹਦੇ ਤੇ ਹੱਸਣ ਲੱਗੇ। ਤੂੰ ਕਿੰਨਾ ਬਦਸੂਰਤ ਨਜ਼ਰ ਆ ਰਿਹਾ ਹੈ। ਤੂੰ ਬਿਲਕੁਲ ਸਾਡੇ ਵਾਂਗ ਨਹੀਂ ਦਿਸਦਾ। ਮੈਨੂੰ ਸਮਝ ਨਹੀਂ ਆ ਰਿਹਾ ਤੂੰ ਕਿਵੇਂ ਆਪਣੇ ਭੈਣ ਭਰਾਵਾਂ ਵਰਗਾ ਨਜ਼ਰ ਨਹੀਂ ਆਉਂਦਾ। ਬਦਸੂਰਤ 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 ਬਦਸੂਰਤ। ਕੁਝ ਸਮੇਂ ਬਾਅਦ ਸਾਰੇ ਡਕਲਿੰਗਸ ਥੋੜੇ ਵੱਡੇ ਹੋਣ ਲੱਗੇ, ਪਰ ਇਹ ਡਕਲਿੰਗ ਬਾਕੀਆਂ ਦੇ ਮੁਕਾਬਲੇ ਕਾਫੀ ਵੱਡਾ ਲੱਗ ਰਿਹਾ ਸੀ ਅਤੇ ਉਹਦੇ ਪੰਖਾਂ ਦੇ ਰੰਗ ਵੀ ਅਜੀਬ ਲੱਗ ਰਹੇ ਸੀ। ਤੂੰ ਕਿੰਨੀ ਛੇਤੀ ਵੱਡਾ ਹੋ ਗਿਆ ਤੇ ਇੰਨਾ ਅਲੱਗ ਕਿਵੇਂ ਹੋ ਗਿਆ? ਵਕਤ ਗੁਜ਼ਰਦਾ ਗਿਆ ਅਤੇ ਉਹ ਬਦਸੂਰਤ ਡਕਲਿੰਗ ਹੋਰ ਵੀ ਅਜੀਬ ਅਤੇ ਭੱਦਾ ਦਿਸਣ ਲੱਗਾ। ਉਹਦੇ ਕੋਈ ਵੀ ਭੈਣ ਭਰਾ ਉਹਦੇ ਨਾਲ ਖੇਡਣ ਨੂੰ ਤਿਆਰ ਨਹੀਂ ਸੀ। ਅਸੀਂ ਤੇਰੇ ਨਾਲ ਨਹੀਂ ਖੇਡਾਂਗੇ। ਤੂੰ ਬੜਾ ਬਦਸੂਰਤ ਹੈ। ਖੇਤ ਦੇ ਬਾਕੀ ਸਾਰੇ ਜਾਨਵਰ ਵੀ ਉਸ ਬਦਸੂਰਤ ਡਕਲਿੰਗ ਦਾ ਮਜ਼ਾਕ ਉਡਾਉਂਦੇ ਸੀ। Buttsura duckling, Buttsura duckling. Na 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 na, Buttsura duckling. ਉਸ ਦੀ ਮਾਂ ਉਹਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕਰਦੀ ਰਹਿੰਦੀ ਸੀ। ਮੇਰੇ ਵਿਚਾਰੇ ਡਕਲਿੰਗ, ਤੂੰ ਬਾਕੀਆਂ ਤੋਂ ਇੰਨਾ ਵੱਖ ਕਿਉਂ ਹੈ? ਜਿਵੇਂ ਜਿਵੇਂ ਦਿਨ ਗੁਜ਼ਰਦੇ ਗਏ ਉਹ ਵਿਚਾਰਾ ਡਕਲਿੰਗ ਹੋਰ ਵੀ ਹਤਾਸ਼ ਹੋ ਗਿਆ ਅਤੇ ਉਹਨੂੰ ਬਹੁਤ ਅਜੀਬ ਲੱਗ ਰਿਹਾ ਸੀ। ਸਾਰੀ ਰਾਤ ਉਹ ਇਕੱਲੇ ਰੋਂਦਾ ਰਹਿੰਦਾ ਅਤੇ ਸੋਚਦਾ ਕਿ ਉਹਨੂੰ ਕੋਈ ਵੀ ਪਸੰਦ ਨਹੀਂ ਕਰਦਾ। ਮੈਂ ਇੰਨਾ ਬਦਸੂਰਤ ਕਿਉਂ ਆ? ਮੈਂ ਆਪਣੇ ਭੈਣ ਭਰਾਵਾਂ ਵਰਗਾ ਕਿਉਂ ਨਹੀਂ ਨਜ਼ਰ ਆਉਂਦਾ? ਇੱਕ ਦਿਨ ਕੁਝ ਸ਼ਿਕਾਰੀ ਉਸ ਤਲਾਬ ਦੇ ਕਿਨਾਰੇ ਆ ਪਹੁੰਚੇ ਜਿੱਥੇ ਉਹ ਲੋਕ ਰਹਿੰਦੇ ਸੀ। ਸ਼ਿਕਾਰੀ ਉਹਨਾਂ ਡਕਸ ਦਾ ਸ਼ਿਕਾਰ ਕਰਨ ਲੱਗੇ। ਮਦਰ ਡਕ ਆਪਣੇ ਬੱਚਿਆਂ ਦੇ ਲਈ ਖਾਣਾ ਤਲਾਸ਼ ਕਰ ਰਹੀ ਸੀ ਕਿ ਅਚਾਨਕ ਉਹ ਉਹਨਾਂ ਸ਼ਿਕਾਰੀਆਂ ਦੇ ਚੰਗੁਲ ਵਿੱਚ ਫਸ ਗਈ। ਉਸ ਵਿਚਾਰੇ ਬਦਸ਼ਕਲ ਡਕਲਿੰਗ ਨੂੰ ਪਤਾ ਹੀ ਨਹੀਂ ਸੀ ਕਿ ਉਹਦੀ ਮਾਂ ਦੇ ਨਾਲ ਕੀ ਹੋਇਆ ਹੈ। ਉਹ ਮਾਂ ਦੀ ਵਾਪਸ ਆਉਣ ਦਾ ਸਵੇਰ ਤੱਕ ਇੰਤਜ਼ਾਰ ਕਰ ਰਿਹਾ ਸੀ। ਵਿਚਾਰੇ ਨੂੰ ਪਤਾ ਹੀ ਨਹੀਂ ਸੀ ਕਿ ਕੀ ਕਰੇ। ਸਭ ਤੋਂ ਪਹਿਲਾਂ ਉਹ ਕੁੱਤੇ ਦੇ ਕੋਲ ਗਿਆ। ਕੁੱਤੇ ਨੇ ਉਹਨੂੰ ਚਲੇ ਜਾਣ ਨੂੰ ਕਿਹਾ। ਚਲਾ ਜਾ ਇੱਥੋਂ, ਕਿਧਰੇ ਕੋਈ ਮੈਨੂੰ ਤੇਰੇ ਵਰਗੇ ਬਦਸੂਰਤ ਡਕਲਿੰਗ ਨਾਲ ਗੱਲ ਕਰਦੇ ਨਾ ਵੇਖ ਲਵੇ। ਕੁਝ ਦੇਰ ਬਾਅਦ ਉਹ ਮੁਰਗੀ ਦੇ ਕੋਲ ਗਿਆ, ਪਰ ਉਸ ਮੁਰਗੀ ਨੇ ਵੀ ਉਹਦਾ ਮਜ਼ਾਕ ਉਡਾਇਆ। ਮੈਂ ਵੀ ਤੇਰੇ ਤੋਂ ਚੰਗੀ ਨਜ਼ਰ ਆਉਂਦੀ ਆ। ਪੱਕ ਪੱਕ ਪੱਕ। ਬਦਸੂਰਤ ਡਕਲਿੰਗ ਬਹੁਤ ਹੀ ਉਦਾਸ ਹੋ ਗਿਆ ਸੀ। ਮੈਂ ਇੱਥੇ ਕਿਸੇ ਨੂੰ ਵੀ ਪਸੰਦ ਨਹੀਂ। ਜੇ ਮੇਰੀ ਮਾਂ ਵਾਪਸ ਨਹੀਂ ਆਂਦੀ ਹੈ ਤਾਂ ਮੇਰੇ ਇਸ ਖੇਤ ਵਿੱਚ ਰਹਿਣ ਦੀ ਕੋਈ ਵਜ੍ਹਾ ਨਜ਼ਰ ਨਹੀਂ ਆ ਰਹੀ। ਉਸੇ ਸਵੇਰ ਉਹ ਡਕਲਿੰਗ ਖੇਤ ਛੱਡ ਕੇ ਚਲਾ ਗਿਆ। ਉਹ ਤੈਰਦੇ ਹੋਏ ਤਲਾਅ ਦੇ ਦੂਜੇ ਕਿਨਾਰੇ ਜਾ ਪਹੁੰਚਿਆ। ਉਹ ਸਾਰੇ ਜਾਨਵਰਾਂ ਨੂੰ ਉਹੀ ਸਵਾਲ ਕਰ ਰਿਹਾ ਸੀ। ਕੀ ਤੁਸੀਂ ਕਿਸੇ ਡੱਕ ਨੂੰ ਵੇਖਿਆ ਜੋ ਮੇਰੇ ਵਰਗਾ ਦਿਸਦਾ ਹੋਵੇ? ਕੀ ਤੁਸੀਂ ਕਿਸੇ ਡੱਕ ਨੂੰ ਵੇਖਿਆ ਜੋ ਮੇਰੇ ਵਰਗਾ ਦਿਸਦਾ ਹੋਵੇ? ਕੀ ਤੁਸੀਂ ਕਿਸੇ ਡੱਕ ਨੂੰ ਵੇਖਿਆ ਜੋ ਮੇਰੇ ਵਰਗਾ ਦਿਸਦਾ ਹੋਵੇ? ਉਹਨੂੰ ਸਭ ਕੋਲੋਂ ਇੱਕੋ ਹੀ ਜਵਾਬ ਮਿਲਿਆ। ਉਹਨਾਂ ਨੇ ਇੰਨਾ ਬਦਸ਼ਕਲ ਡਕਲਿੰਗ ਪਹਿਲਾਂ ਕਦੇ ਨਹੀਂ ਵੇਖਿਆ। ਵਿਚਾਰੇ ਡਕਲਿੰਗ ਨੇ ਆਪਣਾ ਸਫ਼ਰ ਤੈਅ ਕੀਤਾ ਅਤੇ ਦੂਜੇ ਤਲਾਅ ਵਿੱਚ ਜਾ ਪਹੁੰਚਿਆ। ਉੱਥੇ ਵੀ ਉਹਨੇ ਉਹੀ ਸਵਾਲ ਸਭ ਤੋਂ ਪੁੱਛਿਆ। ਤੈਨੂੰ ਇੱਥੇ ਨਹੀਂ ਰਹਿਣਾ ਚਾਹੀਦਾ। ਇੱਥੇ ਆਸੇ-ਪਾਸੇ ਬਹੁਤ ਸ਼ਿਕਾਰੀ ਹਨ। ਤੂੰ ਫਟਾਫਟ ਇੱਥੋਂ ਚਲਿਆ ਜਾ। ਜਾ। ਬਦਸੂਰਤ ਡਕਲਿੰਗ ਉੱਥੋਂ ਨਿਕਲ ਗਿਆ। ਛੇਤੀ ਉਹ ਇੱਕ ਹੋਰ ਤਲਾਬ ਵਿੱਚ ਪਹੁੰਚਿਆ। ਇਸ ਵਾਰ ਉੱਥੇ ਕੋਈ ਵੀ ਨਹੀਂ ਸੀ। ਉਹ ਇਕੱਲਾ ਹੀ ਸੀ। ਜੇ ਕਿਸੇ ਨੂੰ ਵੀ ਮੈਂ ਪਸੰਦ ਨਹੀਂ ਤਾਂ ਮੈਂ ਇੱਥੇ ਹੀ ਲੁੱਕ ਕੇ ਰਹਿਣਾ ਪੂਰੀ ਜ਼ਿੰਦਗੀ। ਮਹੀਨੇ ਗੁਜ਼ਰਦੇ ਗਏ। ਇਕੱਲੇ ਹੋਣ ਦੇ ਬਾਵਜੂਦ ਉਹ ਬਹੁਤ ਖੁਸ਼ ਸੀ। ਇੱਕ ਦਿਨ ਉਹਨੇ ਵੇਖਿਆ ਕਿ ਚਿੱਟੀ ਲੰਮੀ ਗਰਦਨ ਵਾਲੇ ਪੰਛੀਆਂ ਦਾ ਇੱਕ ਝੁੰਡ ਦੱਖਣ ਵੱਲ ਨੂੰ ਵਧ ਰਿਹਾ ਸੀ। ਬਦਸੂਰਤ ਡਕਲਿੰਗ ਤਾਰੀਫ ਭਰੀਆਂ ਨਜ਼ਰਾਂ ਨਾਲ ਉਹਨਾਂ ਵੱਲ ਵੇਖ ਰਿਹਾ ਸੀ। ਕਿੰਨੇ ਸੋਹਣੇ ਹਨ ਉਹ। ਕਾਸ਼ ਮੈਂ ਵੀ ਉਹਨਾਂ ਦੀ ਤਰ੍ਹਾਂ ਦਿਸਦਾ। ਸਰਦੀ ਦਾ ਮੌਸਮ ਆ ਗਿਆ ਅਤੇ ਬਰਫ਼ ਪੈਣ ਲੱਗੀ। ਬਦਸੂਰਤ ਡਕਲਿੰਗ ਨੂੰ ਪਹਿਲੀ ਬਰਫ਼ ਗਿਰਨ ਦੇ ਨਜ਼ਾਰੇ ਨਾਲ ਪਿਆਰ ਹੋ ਗਿਆ। ਖੇਡਦੇ ਹੋਏ
ਉਹ ਪੂਰਾ ਬਰਫ਼ ਨਾਲ ਢੱਕ ਗਿਆ। ਕਾਫੀ ਬਰਫ਼ ਗਿਰਨ ਦੀ ਵਜ੍ਹਾ ਨਾਲ ਉਹਨੂੰ ਖਾਣਾ ਲੱਭਣ ਵਿੱਚ ਦਿੱਕਤ ਹੋ ਰਹੀ ਸੀ, ਇਸ ਲਈ ਉਹ ਤੁਰਦਾ ਹੀ ਜਾ ਰਿਹਾ ਸੀ ਖਾਣੇ ਦੀ ਤਲਾਸ਼ ਵਿੱਚ। ਉਹ ਠੰਡ ਨਾਲ ਕੰਬ ਰਿਹਾ ਸੀ ਅਤੇ ਥੱਕਿਆ ਹੋਇਆ ਵੀ ਸੀ। ਉਹ ਇੱਕ ਕਿਸਾਨ ਦੇ ਕੋਲ ਪਹੁੰਚਿਆ। ਕਿਸਾਨ ਨੂੰ ਉਹਦੇ ਤੇ ਤਰਸ ਆਇਆ ਅਤੇ ਉਹਨੇ ਉਹਨੂੰ ਆਪਣਾ ਜੈਕਟ ਦੇ ਦਿੱਤਾ। ਵਿਚਾਰਾ ਡਕ, ਤੂੰ ਕਿੰਨਾ ਠੰਡਾ ਪੈ ਗਿਆ ਹੈ। ਮੈਂ ਤੈਨੂੰ ਘਰ ਲੈ ਜਾ ਕੇ ਤੇਰੀ ਦੇਖਭਾਲ ਕਰਾਂਗਾ ਤੇਰੇ ਵੱਡੇ ਹੋਣ ਤੱਕ। ਕਿਸਾਨ ਨੇ ਜਿਵੇਂ ਕਿਹਾ ਉਵੇਂ ਹੀ ਕੀਤਾ। ਡਕਲਿੰਗ ਦੇ ਵੱਡੇ ਹੁੰਦੇ ਹੁੰਦੇ ਬਸੰਤ ਰੁੱਤ ਵੀ ਆ ਗਈ ਸੀ। ਬਦਸੂਰਤ ਡਕਲਿੰਗ ਨੂੰ ਘੁੰਮਣ ਦੇ ਲਈ ਜ਼ਿਆਦਾ ਥਾਂ ਮਿਲੇ, ਇਸ ਲਈ ਕਿਸਾਨ ਨੇ ਉਹਨੂੰ ਤਲਾਅ ਵਿੱਚ ਛੱਡਣ ਦੀ ਸੋਚੀ। ਫਿਰ ਇੱਕ ਵਾਰ ਕੱਲਿਆਂ ਕੁਝ ਸਮੇਂ ਬਾਅਦ ਡਕਲਿੰਗ ਨੇ ਆਪਣਾ ਖੁਦ ਦਾ ਪਰਛਾਵਾਂ ਪਾਣੀ ਦੇ ਅੰਦਰ ਵੇਖਿਆ। ਪਰ ਜੋ ਉਹਨੇ ਵੇਖਿਆ ਉਹਨੂੰ ਵੇਖ ਕੇ ਹੈਰਾਨ ਹੋ ਗਿਆ। ਪਹਿਲਾਂ ਤਾਂ ਉਹ ਆਪਣੇ ਆਪ ਨੂੰ ਪਛਾਣ ਹੀ ਨਹੀਂ ਸਕਿਆ। ਉਹਨੂੰ ਲੱਗਿਆ ਉਹਦੇ ਪਿੱਛੇ ਕੋਈ ਹੋਰ ਖੜਾ ਹੈ, ਇਸ ਲਈ ਉਹਨੇ ਆਪਣੇ ਪੰਖਾਂ ਨੂੰ ਖੋਲ੍ਹਿਆ ਅਤੇ ਵੇਖਿਆ ਕਿ ਉਹਦਾ ਪਰਛਾਵਾਂ ਵੀ ਉਹੀ ਕਰ ਰਿਹਾ ਸੀ। ਉਹਨੇ ਆਪਣੀ ਗਰਦਨ ਨੂੰ ਖਿੱਚ ਕੇ ਬਾਹਰ ਕੀਤਾ ਤੇ ਉਹੀ ਉਹਨੇ ਪਾਣੀ ਵਿੱਚ ਹੁੰਦਿਆਂ ਵੀ ਵੇਖਿਆ। ਤਾਂ ਉਹਨੂੰ ਇਹ ਯਕੀਨ ਹੋ ਗਿਆ ਕਿ ਉਹ ਕੋਈ ਹੋਰ ਨਹੀਂ ਸਗੋਂ ਖੁਦ ਹੈ। ਮੈਂ ਕਿੰਨਾ ਬਦਲ ਗਿਆ ਹਾਂ। ਮੈਂ ਅਸਮਾਨ ਤੇ ਉੜਦੇ ਪੰਛੀਆਂ ਵਾਂਗ ਦਿਸ ਰਿਹਾ ਹਾਂ। ਮੈਨੂੰ ਘਰ ਵਾਪਸ ਜਾਣਾ ਚਾਹੀਦਾ ਹੈ। ਜਦੋਂ ਤਲਾਅ ਵਿੱਚ ਤੈਰਦੇ ਹੋਏ ਜਾ ਰਿਹਾ ਸੀ, ਰਸਤੇ ਵਿੱਚ ਉਹਨੂੰ ਹੰਸਾਂ ਦਾ ਝੁੰਡ ਮਿਲਿਆ। ਕਿਉਂਕਿ ਹੁਣ ਉਹ ਉਹਨਾਂ ਲੋਕਾਂ ਵਿੱਚੋਂ ਹੀ ਇੱਕ ਸੀ, ਉਹਨਾਂ ਨੇ ਉਹਨੂੰ ਆਪਣੇ ਨਾਲ ਲੈ ਲਿਆ। ਉਹ ਬਦਸੂਰਤ ਡਕਲਿੰਗ ਹੁਣ ਉਹਨਾਂ ਹੰਸਾਂ ਦੇ ਨਾਲ ਖੁਸ਼ੀ ਨਾਲ ਤੈਰਦੇ ਹੋਏ ਜਾ ਰਿਹਾ ਸੀ। ਇੱਕ ਮੁੰਡਾ ਜੋ ਤਲਾਅ ਦੇ ਕਿਨਾਰੇ ਸੀ, ਇਹਨਾਂ ਹੰਸਾਂ ਨੂੰ ਵੇਖ ਕੇ ਉੱਚੀ ਉੱਚੀ ਹਾਕਾਂ ਮਾਰ ਕੇ ਆਪਣੇ ਦੋਸਤਾਂ ਨੂੰ ਬੁਲਾਉਣ ਲੱਗਾ। ਓਏ ਉਸ ਛੋਟੇ ਆਲੇ ਨੂੰ ਵੇਖੋ ਜੋ ਸਭ ਤੋਂ ਅਖੀਰ ਵਿੱਚ ਤੈਰ ਰਿਹਾ ਹੈ। ਉਹ ਸਭ ਤੋਂ ਸੋਹਣਾ ਹੰਸ ਹੈਗਾ। ਇਹਨੂੰ ਮੈਂ ਪਹਿਲਾਂ ਕਦੇ ਨਹੀਂ ਵੇਖਿਆ। ਹਾਂ, ਉਹ ਪਹਿਲਾਂ ਤੋਂ ਹੀ ਇੱਕ ਹੰਸ ਸੀ। ਬਦਕਿਸਮਤੀ ਨਾਲ ਉਹ ਅੰਡਾ ਬਾਕੀ ਡਕਸ ਦੇ ਅੰਡਿਆਂ ਦੇ ਨਾਲ ਮਿਲ ਗਿਆ ਸੀ। ਪਰ ਹੁਣ ਉਹ ਆਪਣੇ ਅਸਲੀ ਪਰਿਵਾਰ ਦੇ ਨਾਲ ਸੀ ਅਤੇ ਉਹਦੀ ਆਉਣ ਵਾਲੀ ਜ਼ਿੰਦਗੀ ਬਹੁਤ ਹੀ ਖੁਸ਼ੀਆਂ ਨਾਲ ਭਰੀ ਸੀ।